ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀਵਾਰ ਕਿਤਾਬ ਪੜ੍ਹ ਰਹੇ ਹਾਂ ਸੌਫਟ ਟਾਰਗੇਟ। ਇਹ ਕਿਤਾਬ 1999 ਦੇ ਵਿੱਚ ਕੈਨੇਡਾ ਦੇ ਵਿੱਚ ਛਪੀ ਸੀ ਅਤੇ ਇਹਨੂੰ ਲਿਖਿਆ ਜ਼ੁਹੈਰ ਕਸ਼ਮੀਰੀ ਅਤੇ ਬ੍ਰਾਇਨ ਮੈਕੈਂਡਰੂ ਨੇ, ਜਿਹੜੇ ਕੈਨੇਡਾ ਦੇ ਦੋ ਜਰਨਲਿਸਟ ਸੀਗੇ। ਅਤੇ ਕਿਤਾਬ ਛਪਦਿਆਂ ਹੀ ਇਹ ਕਿਤਾਬ ਜਿਹੜੀ ਆ ਵੀ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ ਗਈ, ਕਿਉਂਕਿ ਇਹ ਕਿਤਾਬ ਦੇ ਵਿੱਚ ਖੁਲਾਸੇ ਨੇ ਵੀ ਕਿਵੇਂ ਭਾਰਤੀ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਸਿੱਖ ਕੌਮ ਨੂੰ ਮੈਨੀਪੂਲੇਟ ਕਰਨੇ ਦੇ, ਯਾਨੀ ਕਿ ਕਠਪੁਤਲੀਆਂ ਵਾਂਗ ਨਚਾਉਣੇ ਦੇ ਜਿਹੜੇ ਤੌਰ ਤਰੀਕੇ ਵਰਤੇ ਅਤੇ ਉਹ ਜਿੱਦਾਂ ਉਹਨਾਂ ਨੇ ਕੈਨੇਡਾ ਦੇ ਵਿੱਚ ਲਾਗੂ ਕੀਤੇ, ਉਹ ਸਾਰਾ ਕੁਛ ਜਿਹੜਾ ਆ ਵੀ ਉਹਦਾ ਖੁਲਾਸਾ ਇਸ ਕਿਤਾਬ ਦੇ ਵਿੱਚ ਕੀਤਾ ਗਿਆ। ਈਵਨ ਵੀ ਜਿਹੜੇ ਬੰਦੇ ਇਨਵੋਲਵ ਸੀਗੇ, ਜਿੱਦਾਂ ਦਵਿੰਦਰ ਸਿੰਘ ਆਹਲੂਵਾਲੀਆ ਜਿਹੜਾ ਉਦੋਂ ਕੈਨੇਡਾ ਦੇ ਵਿੱਚ ਜਿਹੜਾ ਇੰਡੀਆ ਦਾ ਹਾਈ ਕਮਿਸ਼ਨ ਸੀ ਉਹਦੇ ਵਿੱਚ ਵਾਈਸ ਕੌਂਸਲ ਸੀਗਾ, ਵੀ ਉਹਦਾ ਨਾਂ ਇੱਥੇ ਬਕਾਇਦਾ ਔਰ ਜੋ ਉਹਦੀਆਂ ਹਰਕਤਾਂ ਸੀ ਉਹ ਸਾਰੀਆਂ ਦਰਜ ਕੀਤੀਆਂ ਗਈਆਂ। ਅਤੇ ਹੋਰ ਜਿਹੜੇ ਬੰਦੇ ਸੀਗੇ ਲੋਕਲ ਵੀ ਜਿਹੜੇ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਵਿਚਰਦੇ ਰਹੇ, ਭਾਵੇਂ ਉਹ ਜਾਣਦੇ ਸੀ ਵੀ ਉਹ ਏਜੰਸੀਆਂ ਲਈ ਕੰਮ ਕਰ ਰਹੇ ਨੇ ਅਤੇ ਭਾਵੇਂ ਅਣਜਾਣੇ ਦੇ ਵਿੱਚ ਉਹਨਾਂ ਨੂੰ ਕਠਪੁਤਲੀਆਂ ਬਣਾ ਕੇ ਅਤੇ ਵਰਤਿਆ ਗਿਆ। ਵੀ ਉਹ ਸਾਰਿਆਂ ਦੇ ਨਾਮ ਜਿਹੜੇ ਨੇ ਵੀ ਇਸ ਕਿਤਾਬ ਦੇ ਵਿੱਚ ਦਰਜ ਨੇ। ਸੋ ਇਸ ਕਰਕੇ ਵੀ ਇਹ ਕਿਤਾਬ ਪੜ੍ਹਨੀ ਜਿਹੜੀ ਆ ਵੀ ਉਹ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਆ, ਕਿਉਂਕਿ ਉਹੋ ਹੀ ਜਿਹੜੇ ਤੌਰ ਤਰੀਕੇ ਉਹ 80ਵਿਆਂ ਦੇ ਵਿੱਚ ਵਰਤੇ ਗਏ, ਉਹ ਤੋਂ ਪਹਿਲਾਂ ਈਵਨ 70ਵਿਆਂ ਦੇ ਵਿੱਚ ਉਹਨਾਂ ਨੇ ਸ਼ੁਰੂ ਕਰ ਦਿੱਤੇ ਸੀ, ਲੇਟ 70s ਦੇ ਵਿੱਚ ਵਰਤਣੇ, ਅਤੇ 80ਵਿਆਂ ਦੇ ਵਿੱਚ ਐਨ ਪੂਰੇ ਜ਼ੋਰ ਨਾਲ ਵਰਤੇ ਗਏ, 90ਵਿਆਂ ਦੇ ਵਿੱਚ ਵਰਤੇ ਗਏ। ਅਤੇ ਉਹ 86-85 ਵਾਲਾ ਜਿਹੜਾ ਕਨਿਸ਼ਕਾ ਕਾਂਡ ਹੋਇਆ ਜਿਹਦੇ ਵਿੱਚ 329 ਬੰਦਾ ਮਰਿਆ, ਜਿਨ੍ਹਾਂ ਦੇ ਵਿੱਚ ਬਹੁਤੇ ਸਿੱਖ ਹੀ ਸਨ, ਅਤੇ ਉਹਦੇ ਵਿੱਚ ਇਹ ਇਲਜ਼ਾਮ ਲਾਉਣਾ ਵੀ ਇਹ ਜਿਹੜੇ ਖਾਲਿਸਤਾਨ ਮੰਗਣ ਵਾਲੇ ਨੇ ਵੀ ਜਾਂ ਸਿੱਖਾਂ ਦੀ ਆਜ਼ਾਦੀ ਮੰਗਣ ਵਾਲੇ ਨੇ ਵੀ ਇਹ ਉਹਨਾਂ ਦਾ ਕੰਮ ਆ। ਸੋ ਉਹ ਸਾਰਾ ਕੁਛ ਜਿਹੜਾ ਆ ਵੀ ਉਹ ਏਜੰਸੀਆਂ ਦਾ ਕਰਵਾਇਆ ਹੋਇਆ, ਔਰ ਉਹਦੇ ਵਿੱਚ ਵੀ ਜਿਹੜੇ ਨਾ ਵੀ ਐਵੇਂ ਕਹਿ ਲਓ ਵੀ ਗੁੰਮਰਾਹ ਕਰਨੇ ਲਈ ਵੀ ਅੱਜ ਜਿਹੜੇ ਬੈਠੇ ਹੋਏ ਨੇ ਹੱਥ ਠੋਕੇ ਏਜੰਸੀਆਂ ਦੇ, ਜਦੋਂ ਉਹ ਕਹਿੰਦੇ ਨੇ ਵੀ ਇਹ ਵੀ ਜਿਨ੍ਹਾਂ ਦੇ ਨਾਮ ਲਏ ਗਏ ਨੇ ਇਸ ਕਿਤਾਬ ਦੇ ਵਿੱਚ ਵੀ ਉਹ ਵੀ ਸਿੱਖ ਨੇ। ਭਾਈ ਵੀ ਜਦੋਂ ਜਿਹੜੇ ਬੰਦੇ ਇਹਨੂੰ ਸਿੱਖ ਕਹਿੰਦੇ ਨੇ, ਦੂਸਰੇ ਨੂੰ ਸੌਦੇ ਸਾਧ ਨੂੰ, ਜਾਂ ਨਿਰੰਕਾਰੀਆਂ ਦਾ ਜਿਹੜਾ ਬਾਬਾ ਆ ਉਹਦੀ ਪੱਗ ਦਾੜੀ ਵੇਖ ਕੇ ਉਹਨੂੰ ਸਿੱਖ ਕਹਿੰਦੇ ਨੇ, ਉੱਥੋਂ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਜਿਹੜਾ ਬੰਦਾ ਸਿੱਖਾਂ ਨੂੰ ਮਾਰਨੇ ਦੀ ਏਜੰਸੀਆਂ ਦੇ ਹੱਥ ਠੋਕੇ ਵਜੋਂ ਕੋਸ਼ਿਸ਼ਾਂ ਕਰ ਰਿਹਾ, ਉਹਨੂੰ ਤੁਸੀਂ ਸਿੱਖ ਕਹੋਗੇ ਕਿ ਨਹੀਂ ਕਹੋਗੇ? ਜੀ। ਸੋ ਜਿਹੜਾ ਉਸ ਬੰਦੇ ਨੂੰ ਸਿੱਖ ਕਹਿ ਰਿਹਾ ਆ, ਜਿਹੜਾ ਜਿੱਦਾਂ ਨਿਹੰਗ ਪੂਲਾ ਸੀਗਾ, ਬਿਲਕੁਲ ਜਿਹੜਾ ਬੰਦਾ ਨਿਹੰਗ ਪੂਲੇ ਨੂੰ ਸਿੱਖ ਕਹੂਗਾ ਜਾਂ ਬੇਅੰਤ ਵਰਗੇ ਬੁੱਚੜ ਨੂੰ ਸਿੱਖ ਕਹੂਗਾ ਜਾਂ KPS ਗਿੱਲ ਵਰਗੇ ਨੂੰ ਸਿੱਖ ਕਹੂਗਾ, ਜੀ, ਉੱਥੋਂ ਉਹਦੀ ਆਪਣੀ ਜਿਹੜੀ ਜ਼ਹਿਨੀਅਤ ਆ ਅਤੇ ਜਿਹੜੀ ਆਪਣੀ ਬੇਈਮਾਨੀ ਆ ਅਤੇ ਜਿਹੜਾ ਆਪਣਾ ਉਹਦਾ ਤੌਰ ਤਰੀਕਾ, ਜਾਂ ਕਹਿ ਲਓ ਵੀ ਆਪਣਾ ਜਿਹੜਾ ਨਾ ਵੀ ਇਹ ਵੀ ਚੋਰ ਦੀ ਦਾੜੀ 'ਚ ਤਿਨਕਾ ਜਿਹੜਾ ਆ ਵੀ ਉਹ ਚੀਜ਼ ਜਿਹੜੀ ਆ ਉਹ ਉਹਨੂੰ ਮਜਬੂਰ ਕਰ ਰਹੀ ਆ ਵੀ ਇਹ ਦਲੀਲਾਂ ਦੇਣੇ ਨੂੰ। ਪਹਿਲਾਂ ਵੀ ਮਾਰਿਆ ਅਤੇ ਫਿਰ ਵੀ ਸਿੱਖਾਂ ਨੇ ਹੀ ਸੀਗਾ ਵੀ ਭਾਈ ਵੀ ਇਹ ਵੀ ਜਿਹੜਾ ਇੱਕ ਸਿੱਖ ਦਾ ਫਰਜ਼ ਆ ਉਹ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਹੀ ਤੈਅ ਕਰ ਦਿੱਤਾ ਸੀ ਵੀ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਜਿਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਣ ਨਾ ਕੀਜੈ। ਹੁਣ ਇਹਦੇ ਵਿੱਚ ਤੇ ਆਪਣੀ ਜਾਨ ਦੇਣੇ ਦੀ ਗੱਲ ਆ, ਕਿਸੇ ਹੋਰ ਦੀ ਜਾਨ ਲੈਣੇ ਦੀ ਗੱਲ ਨਹੀਂ ਗੀ। ਬਿਲਕੁਲ। ਜਿਹੜੇ ਬੰਦੇ ਇਹ ਕਹਿੰਦੇ ਆ ਵੀ ਸਿੱਖਾਂ ਨੇ ਕਨਿਸ਼ਕਾ ਵਾਲਾ ਕਾਂਡ ਕੀਤਾ ਸੀ, ਉਹ ਸਿਰਫ ਇੰਨੀ ਕੀ ਜਸਟੀਫਿਕੇਸ਼ਨ ਦੇ ਦੇਣ ਵੀ ਜੇ ਸਿੱਖਾਂ ਨੇ ਕੀਤਾ ਸੀ ਤਾਂ ਉਹਨਾਂ ਨੇ ਇਹਦੇ ਵਿੱਚੋਂ ਹਾਸਲ ਕੀ ਕਰਨਾ ਸੀ ਸਿੱਖ ਕੌਮ ਲਈ? ਬਿਲਕੁਲ। ਸਿੱਖਾਂ ਨੂੰ ਦੂਜਿਆਂ ਨੂੰ ਮਾਰ ਕੇ। ਬਿਲਕੁਲ। ਹੁਣ ਉਹ ਸਾਰਾ ਕੁਛ ਜਿਹੜਾ ਆ ਵੀ ਇਹ ਹੀ ਆ ਵੀ ਕੋਸ਼ਿਸ਼ਾਂ ਜਿਹੜੀਆਂ ਨੇ ਨਾ, ਜਿਹੜੇ ਸਰਕਾਰੀ ਹੱਥ ਠੋਕੇ ਬਣ ਕੇ ਬੈਠੇ ਹੋਏ ਨੇ ਜੀ, ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਗਦਾਰੀ ਲਈ ਪੇਸ਼ ਕੀਤਾ ਹੋਇਆ, ਉਹਨਾਂ ਨੂੰ ਡਰ ਇਹ ਹੀ ਹੁੰਦਾ ਵੀ ਜਿਹੜਾ ਨਾ ਵੀ ਚੁੰਡੀ ਵੱਢਦੇ ਰਹਿੰਦੇ ਥੋੜ੍ਹੇ ਟਾਈਮ ਤੋਂ ਬਾਅਦ ਵੀ ਉਹਨਾਂ ਨੂੰ ਕਹਿ ਲਓ ਵੀ ਕੁਛ ਨਾ ਕੁਛ ਜਿਹੜਾ ਵੀ ਉਹ ਚੁੱਭਦਾ ਰਹਿੰਦਾ। ਬਿਲਕੁਲ। ਉਹ ਹੀ ਹੁੰਦਾ ਵੀ ਕਿਉਂਕਿ ਉਹਨਾਂ ਨੇ ਗਦਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ ਹੁੰਦਾ ਜੀ, ਅਤੇ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਵੀ ਜਿਹੜੇ ਉਹਨਾਂ ਤੋਂ ਪਹਿਲੇ ਗਦਾਰ ਸੀਗੇ, ਬਿਲਕੁਲ,
ਉਹਨਾਂ ਤੋਂ ਗਾਂਹ ਜਾਣੇ ਲਈ ਲੈਣ ਦੇ ਵਿੱਚ ਵੀ ਇਹ ਜਿਹੜੇ ਗਦਾਰ ਆ ਵੀ ਇਹਨਾਂ ਨੇ ਕੁਛ ਉਹ ਤੋਂ ਐਕਸਟਰਾ ਪੇਸ਼ ਕੀਤਾ ਹੁੰਦਾ। ਬਿਲਕੁਲ ਭਈ ਮੈਂ ਆ ਵੀ ਤੁਹਾਡੇ ਲਈ ਕਰ ਦੂੰਗਾ, ਮੈਂ ਆ ਵੀ ਤੁਹਾਡੇ ਲਈ ਕਰ ਦੂੰਗਾ। ਸਹੀ ਗੱਲ ਹੈ। ਹੁਣ ਡਰ ਇਹਨਾਂ ਨੂੰ ਇਹ ਮਾਰ ਰਿਹਾ ਹੁੰਦਾ ਆ ਵੀ ਇਹਨਾਂ ਦੇ ਪਿੱਛੇ ਜਿਹੜੀ ਗਦਾਰਾਂ ਦੀ ਲਾਈਨ ਲੱਗੀ ਹੋਈ ਆ ਉਹ ਆਬਵੀਅਸ ਆ ਵੀ ਇਹਨਾਂ ਤੋਂ ਲੈਣ ਤੋਂ ਗਾਂਹ ਜਾਣੇ ਲਈ ਵੀ ਉਹਨਾਂ ਨੇ ਇਹਨਾਂ ਤੋਂ ਵੱਡੇ ਪੱਧਰ ਦੇ ਉੱਤੇ ਗਦਾਰੀ ਦੀ ਪੇਸ਼ਕਾਰ ਕਰਨੀ ਹੈ। ਬਿਲਕੁਲ। ਸੋ ਤਾਂ ਕਰਕੇ ਇਹ ਡਰੇ ਬੈਠੇ ਹੁੰਦੇ ਆ ਜੀ। ਇੱਕ ਪਾਸੇ ਇਹਨਾਂ ਨੂੰ ਡਰ ਹੁੰਦਾ ਵੀ ਜਿਹੜੀ ਗਦਾਰੀ ਆ ਇਹਨਾਂ ਦੀ ਵੀ ਉਹ ਪਬਲਿਕਲੀ ਜਗਜ਼ਾਰ ਨਾ ਹੋ ਜਾਵੇ। ਬਿਲਕੁਲ। ਸੋ ਇੱਕ ਉਹ ਡਰ ਖਾ ਰਿਹਾ ਹੁੰਦਾ। ਬਿਲਕੁਲ। ਦੂਜਾ ਇਹ ਡਰ ਹੁੰਦਾ ਵੀ ਜਿਹੜੇ ਪਿੱਛੇ ਲਾਈਨ ਲੱਗੀ ਗਦਾਰਾਂ ਦੀ ਉਹ ਇਹਨਾਂ ਤੋਂ ਵੱਧ ਗਦਾਰੀ ਜਿਹੜੀ ਆ ਵੀ ਉਹ ਪੇਸ਼ ਕਰਨੇ ਨੂੰ ਆਤਰ ਆ। ਬਿਲਕੁਲ। ਸੋ ਇਸ ਕਰਕੇ ਵੀ ਇਹ ਤੇ ਹਰੇਕ ਪਾਸਿਓਂ ਘਿਰੇ ਬੈਠੇ ਨੇ। ਸਹੀ ਗੱਲ ਹੈ। ਸੋ ਉਹ ਸਿੱਧਾ ਹੀ ਜਿਹੜੀ ਗੱਲ ਆ ਨਾ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਜਿਹੜਾ ਦਿੱਤਾ ਨਾ ਵੀ ਵਫਾਦਾਰੀ ਤੇ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਰੱਬ ਦੇ ਨਾਲ ਵੀ ਰੱਬ ਕੀ ਆ ਵੀ ਸੱਚ ਆ ਤੇ ਸੱਚਾਈ ਦੇ ਨਾਲ ਜਿਹੜੀ ਤੁਹਾਡੀ ਵਫਾਦਾਰੀ ਆ ਉਹਨੂੰ ਜਦੋਂ ਉਹਨਾਂ ਨੇ ਸਾਡੇ ਕਿਰਦਾਰ ਦਾ ਸਾਡੀ ਲਾਈਫ ਦਾ ਮੁੱਢ ਜਿਹੜਾ ਉਹ ਬਣਾ ਦਿੱਤਾ। ਬਿਲਕੁਲ। ਉਹ ਤੋਂ ਬਾਅਦ ਫਿਰ ਜਿਹੜਾ ਵਿਕ ਗਿਆ ਉਹ ਸਿੱਖ ਰਹਿੰਦਾ ਹੀ ਨਹੀਂ। ਬਿਲਕੁਲ। ਉਹ ਭਾਵੇਂ ਰਿਪੂ ਦਮਨ ਸਿੰਘ ਮਲਕ ਹੋਵੇ ਭਾਵੇਂ ਕੋਈ ਹੋਰ ਹੋਵੇ। ਜੀ ਬਿਲਕੁਲ। ਉਹ ਸਾਰਾ ਕੁਝ ਜਿਹੜਾ ਆ ਭਈ ਉਹਦੇ ਵਿੱਚ ਹੁਣ ਪੂਲੇ ਨੂੰ ਜਦੋਂ ਸਜ਼ਾ ਹੋਈ ਆ ਉਹਨੂੰ ਐ ਸਿੱਖ ਸਜ਼ਾ ਹੋਈ ਸੀ। ਜਿਹੜੀਆਂ ਉਹਨੇ ਹਰਕਤਾਂ ਕੀਤੀਆਂ ਉਹ ਐ ਸਿੱਖ ਕੀਤੀਆਂ ਸੀ। ਬਿਲਕੁਲ ਜੀ। ਉਹ ਸਾਰੀਆਂ ਹਰਕਤਾਂ ਜੋ ਉਹਦਾ ਈਵਨ ਬਾਣਾ ਵੀ ਜਿਹੜਾ ਉਹਨੇ ਪਾਇਆ ਹੋਇਆ ਸੀਗਾ ਉਹ ਗੁਰੂ ਦੇ ਲਈ ਨਹੀਂ ਪਾਇਆ, ਉਹਨੇ ਏਜੰਸੀਆਂ ਲਈ ਪਾਇਆ ਹੋਇਆ। ਬਿਲਕੁਲ ਬਿਲਕੁਲ। ਔਰ ਹਰਕਤਾਂ ਉਹਦੀਆਂ ਜਿਹੜੀਆਂ ਸੀਗੀਆਂ ਉਹ ਐਜ਼ ਏ ਸਿੱਖ ਨਹੀਂ ਹੋ ਰਹੀਆਂ, ਉਹ ਐਜ਼ ਜਿਹੜਾ ਸਰਕਾਰੀ ਏਜੰਸੀਆਂ ਦਾ ਹੱਥ ਟੋਕਾ ਆ ਜੋ ਉਹਨਾਂ ਦੇ ਵੱਲੋਂ ਏਜੰਡਾ ਦਿੱਤਾ ਗਿਆ ਆ ਉਹ ਤੇ ਜਿਹੜੀਆਂ ਉਹਦੀਆਂ ਆਪਣੀਆਂ ਕਹਿ ਲਓ ਵੀ ਵਹਿਸ਼ੀ ਹਰਕਤਾਂ ਹੈਗੀਆਂ। ਬਿਲਕੁਲ। ਜਿਹੜੀ ਆਪਣਾ ਉਹਦਾ ਵਹਿਸ਼ੀਪੁਣਾ ਹੈ ਬਿਲਕੁਲ ਉਹਦੇ ਵਿੱਚੋਂ ਹਰਕਤਾਂ ਜਿਹੜੀਆਂ ਉਹ ਸਾਰੀਆਂ ਨਿਕਲ ਰਹੀਆਂ ਕਿਉਂਕਿ ਉਹਨੂੰ ਪਤਾ ਸੀ ਵੀ ਸਰਕਾਰ ਨਹੀਂ ਮੈਨੂੰ ਹੱਥ ਪਾਉਣ ਲੱਗੀ। ਬਿਲਕੁਲ। ਔਰ ਉਹੀ ਚੀਜ਼ ਜਿਹੜੀ ਆ ਉਹ ਇੱਥੇ ਸੀਗੀ ਵੀ ਜਿਨ੍ਹਾਂ ਨੇ ਕਨਿਸ਼ਕਾ ਹਟਾਇਆ ਆ ਉਹ ਸਿੱਖ ਨਹੀਂ ਸੀ ਕਿ ਭਾਈ। ਬਿਲਕੁਲ। ਵੀ ਉਹ ਏਜੰਸੀਆਂ ਦੇ ਹੱਥ ਠੋਕੇ ਬਣੇ ਸੀ। ਜਿੱਦਾਂ ਹੁਣ ਦਵਿੰਦਰ ਸਿੰਘ ਆਹਲੂਵਾਲੀਆ ਇਹਦੀ ਫੋਟੋ ਦੇਖੋ ਤਾਂ ਬਕਾਇਦਾ ਐਨ ਦਾੜੀ ਪ੍ਰੈਸ ਕਰਕੇ ਉਹਨੇ ਬੰਨੀ ਹੁੰਦੀ ਆ, ਪੱਗ ਉੱਤੇ ਐਨ ਸਜਾਈ ਹੋਈ ਆ। ਇਹਨੂੰ ਸਿੱਖ ਕਹੋਗੇ ਤੁਸੀਂ? ਭਾਈ ਲਾਹਨਤ ਆ ਤੁਹਾਡੇ ਵੀ ਜਿਹੜੇ ਕਹਿੰਦੇ ਆ ਵੀ ਇਹ ਸਿੱਖ ਸੀਗੇ। ਸਹੀ ਗੱਲ ਹੈ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇੱਥੇ ਦਿਮਾਗ ਦੇ ਵਿੱਚ ਰੱਖਣੇ ਦੀ ਲੋੜ ਆ ਭਈ ਸਿੱਖ ਜਿਹੜਾ ਹੈ ਨਾ ਉਹ ਉਦੋਂ ਤੱਕ ਸਿੱਖ ਰਹਿੰਦਾ ਜਦੋਂ ਤੱਕ ਉਹ ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਰਿਹਾ। ਬਿਲਕੁਲ। ਜਦੋਂ ਤੱਕ ਉਹਦੀ ਵਫਾਦਾਰੀ ਜਿਹੜੀ ਆ ਉਹ ਗੁਰੂ ਦੇ ਨਾਲ ਆ। ਬਿਲਕੁਲ ਜੀ ਬਿਲਕੁਲ। ਜਿੱਦਣ ਉਹਨੇ ਆਪਣੀ ਵਫਾਦਾਰੀ ਜਿਹੜੀ ਆ ਉਹ ਗੁਰੂ ਤੋਂ ਬਦਲ ਕੇ ਕਿਸੇ ਹੋਰ ਨਾਲ ਮਿਥ ਲਈ ਉਦੋਂ ਤੋਂ ਸਿੱਖੀ ਉਹਦੀ ਖਤਮ ਹੋ ਗਈ। ਬਿਲਕੁਲ। ਉਹ ਭਾਵੇਂ ਦੂਸਰਾ ਨਿਹੰਗਾਂ ਵਾਲਾ ਬਾਣਾ ਪਾਈ ਫਿਰੇ, ਸਹੀ ਗੱਲ, ਭਾਵੇਂ ਜੋ ਮਰਜ਼ੀ ਕਰੀ ਫਿਰੇ। ਬਿਲਕੁਲ। ਸੋ ਉਹਨਾਂ ਉਹ ਸਿੱਖ ਥੋੜੀ ਰਹਿੰਦਾ। ਕੋਈ ਬਾਣਾ ਪਾਣਾ ਵੀ ਉਹਨਾਂ ਦੀ ਮਜਬੂਰੀ ਬਣ ਜਾਂਦਾ ਨਾ ਭਾਜੀ, ਨਹੀਂ ਤਾਂ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ। ਬਿਲਕੁਲ। ਕਿਉਂਕਿ ਗੁਰੂ ਦਾ ਬਖਸ਼ਿਆ ਬਾਣਾ ਆ ਤੇ ਗੁਰੂ ਦੇ ਬਖਸ਼ੇ ਬਾਣੇ ਦੇ ਉੱਤੇ ਸਾਰੇ ਵਿਸ਼ਵਾਸ ਕਰਦੇ ਆ। ਬਿਲਕੁਲ। ਤੇ ਇੱਕ ਤਰ੍ਹਾਂ ਨਾਲ ਇੱਕ ਦੋਨੇ ਪਾਸਿਆਂ ਦੀ ਮਾਰ ਕੀਤੀ ਜਾਂਦੀ ਕਿ ਗੁਰੂ ਦੇ ਬਖਸ਼ੇ ਬਾਣੇ ਨੂੰ ਵੀ ਕਿਤੇ ਨਾ ਕਿਤੇ ਬਦਨਾਮ ਕੀਤਾ ਜਾਵੇ ਉਸ ਤਰੀਕੇ ਦੇ ਨਾਲ। ਬਿਲਕੁਲ। ਨਾਲੇ ਇੱਥੇ ਮੈਨੂੰ ਇੱਕ ਉਦਾਹਰਨ ਹੋਰ ਵੀ ਚੇਤੇ ਆਉਂਦੀ ਆ ਕਿ ਜਿਹੜੇ ਨਾ ਟੋਚਰਾਂ ਕਰਨੇ ਵਾਲੇ ਆ ਵੀ ਜਦੋਂ ਉਹ ਇਹ ਕਹਿੰਦੇ ਆ ਵੀ ਉਹ ਭਈ ਉਹਨੇ ਦੂਸਰੇ ਨੇ ਬੇਅੰਤ ਨੇ ਵੀ ਤਾਂ ਪੱਗ ਬੰਨੀ ਹੋਈ ਸੀ ਜਾਂ KPS ਗਿੱਲ ਨੇ ਵੀ ਤਾਂ ਜਾਂ ਬਾਦਲਾਂ ਨੇ ਵੀ ਤਾਂ ਦਾੜੀ ਖੁੱਲੀ ਛੱਡੀ ਆ। ਬਿਲਕੁਲ। ਵੀ ਇਹਨੇ ਪ੍ਰਕਾਸ਼ ਸਿੰਘ ਬਾਦਲ ਨੇ ਤੇ ਇਹਨੇ ਵੀ ਤੇ ਸਿਰ ਤੇ ਵੀ ਪੱਗ ਸਜਾਈ ਹੋਈ ਆ। ਵੀ ਇਹਦੀਆਂ ਹਰਕਤਾਂ ਕੀ ਆ ਜੀ ਭਾਈ? ਵੇਖੋ ਗੱਲ ਸਿੱਧੀ ਜਿਹੀ ਆ ਭਈ ਇੱਕ ਸਿੱਖ ਲਈ ਕਿਰਪਾਨ ਪਾਉਣੀ, 5 ਕਕਾਰਾਂ ਦੀ ਰਹਿਤ ਰੱਖਣੀ ਤੇ ਜਿਹੜਾ ਗੁਰੂ ਦਾ ਬਖਸ਼ਿਆ ਹੋਇਆ ਬਾਣਾ ਤੇ ਬਾਣੀ ਦੋਵੇਂ ਇਹਨਾਂ ਦੇ ਉੱਤੇ ਪਹਿਰਾ ਦੇਣਾ, ਇਹਨਾਂ ਨੂੰ ਸਮਝਣਾ, ਧਾਰਨਾ ਹਰ ਵੇਲੇ ਇਹਦੇ ਨਾਲ ਜਿਹੜੀ ਵਫਾਦਾਰੀ ਆ ਉਹ ਕਾਇਮ ਰੱਖਣੀ ਉਹ ਉਹਦੇ ਲਈ ਜ਼ਰੂਰੀ ਆ। ਬਿਲਕੁਲ। ਇਹ ਤੋਂ ਬਿਨਾਂ ਕੋਈ ਆਪਣੇ ਆਪ ਨੂੰ ਸਿੱਖ ਨਹੀਂ ਕਲੇਮ ਕਰ ਸਕਦਾ। ਪਰ ਜੇ ਕੋਈ ਹੋਰ ਇਹ ਹਰਕਤਾਂ ਕਰ ਰਿਹਾ ਆ ਵੀ ਬਾਣਾ ਤੇ ਬਾਣੀ ਪਾ ਕੇ ਬਾਣੀ ਨੂੰ ਵਰਤ ਰਿਹਾ ਗਲਤ ਤਰੀਕੇ ਨਾਲ ਤੇ ਬਾਣਾ ਪਾ ਕੇ ਤੇ ਆਪਣੇ ਆਪ ਨੂੰ ਪੇਸ਼ ਕਰ ਰਿਹਾ ਵੀ ਮੈਂ ਗੁਰੂ ਦਾ ਸਿੱਖ ਆ, ਉਹ ਸਾਡਾ ਫਰਜ਼ ਆ ਵੀ ਅਸੀਂ ਚੈੱਕ ਕਰੀਏ। ਹੁਣ ਜੇ ਇਦਾਂ ਨਹੀਂ ਨਾ ਸਮਝ ਆਉਂਦੀ ਗੱਲ ਤੇ ਇਹਨੂੰ ਇਸ ਹਿਸਾਬ ਨਾਲ ਲੈ ਲਓ ਵੀ ਜਿਹੜਾ ਨਾ ਪਿੰਡ ਦੇ ਵਿੱਚ RMP ਬੈਠਾ ਹੁੰਦਾ ਜਿਹਨੇ 4 ਸਾਲ ਕੰਪਾਊਂਡਰੀ ਕਰਕੇ ਤੇ ਗਲ ਦੇ ਵਿੱਚ ਸਟੈਥੋਸਕੋਪ ਪਾ ਲੈਂਦਾ ਆ, ਉਹ ਸਟੈਥੋਸਕੋਪ ਜਿਹੜਾ ਆ ਵੀ ਉਹ ਉਹਨੂੰ ਡਾਕਟਰ ਨਹੀਂ ਬਣਾਉਂਦਾ। ਸਹੀ ਗੱਲ। ਔਰ ਉਹ ਪਰ ਜਦੋਂ ਜਿਹਨੂੰ ਨਹੀਂ ਪਤਾ ਉਹ ਉਹਦਾ ਸਟੈਥੋਸਕੋਪ ਵੇਖ ਕੇ ਸਮਝਦਾ ਵੀ ਇਹ ਡਾਕਟਰ ਹੈ। ਹੁਣ ਇਹ ਤੋਂ ਬਾਅਦ ਵੀ ਜੇ ਕੋਈ ਕਵੇ ਵੀ ਜਿਹੜਾ ਆਪ ਡਾਕਟਰ ਆ ਅਸਲ ਡਾਕਟਰ ਕੋਈ ਉਹਨੂੰ ਕਵੇ ਵੀ ਲੈ ਦੇਖ ਵੀ ਆ ਤੂੰ ਸਟੈਥੋਸਕੋਪ ਪਾਈ ਫਿਰਦਾ ਆ ਵੀ ਉਹ ਜਿਹੜਾ ਸਾਡੇ ਪਿੰਡ ਵਾਲਾ ਆ ਵੀ ਜਿਹਨੇ ਆ 4 ਬੰਦੇ ਮਾਰ ਦਿੱਤੇ ਵੀ ਉਹ ਸਟੈਥੋਸਕੋਪ ਪਾਈ ਫਿਰਦਾ ਵੀ ਤੂੰ ਸਟੈਥੋਸਕੋਪ ਲਾ ਦੇ, ਸਟੈਥੋਸਕੋਪ ਤਾਂ ਬਦਨਾਮ ਹੋ ਗਿਆ। ਬਿਲਕੁਲ। ਉਹਨੂੰ ਸਿਆਣਾ ਕਹੋਗੇ ਤੁਸੀਂ? ਕਦੇ ਵੀ ਨਹੀਂ। ਸੋ ਜਿਹੜਾ ਮਰੀਜ਼ ਆ ਉਹਦੀ ਜ਼ਿੰਮੇਵਾਰੀ ਆ ਭਈ ਉਹ ਪਛਾਣੇ ਭਈ ਸਟੈਥੋਸਕੋਪ ਦੋਵਾਂ ਨੇ ਪਾਇਆ, ਉਹ ਚੋਂ ਅਸਲ ਡਾਕਟਰ ਕੌਣ ਆ ਤੇ ਜਿਹੜਾ ਬਰੂਪੀਆ ਆ ਉਹ ਕੌਣ ਹੈ। ਬਿਲਕੁਲ।
ਸੋ ਉਹੋ ਹੀ ਜਿਹੜੀ ਇਹ ਉਦਾਹਰਣ ਆ ਉਹ ਸਿੱਖਾਂ ਦੇ ਉੱਤੇ ਲੱਗਦੀ ਆ। ਬਿਲਕੁਲ। ਜਦੋਂ ਅਸੀਂ ਕਿਸੇ ਹੋਰ ਨੂੰ ਵੇਖਦੇ ਆ, ਭਾਵੇਂ ਉਹ ਬਾਣੇ ਦੇ ਵਿੱਚ ਹੋਵੇ ਤੇ ਭਾਵੇਂ ਬਾਣੀ ਕੋਟ ਕਰ ਰਿਹਾ ਹੋ, ਉਹ ਤੋਂ ਇਹ ਨਹੀਂ ਹੋ ਜਾਣਾ ਚਾਹੀਦਾ ਸਾਨੂੰ ਵੀ ਹਾਂ ਬਈ ਵੀ ਇਹ ਬਹੁਤ ਤਗੜਾ ਸਿੱਖ ਆ ਬਿਲਕੁਲ, ਤੇ ਇਹਦੇ ਕੋਲ ਅਸੀਂ ਗੁਰੂ ਵਾਲਾ ਜਿਹੜਾ ਗੁਰੂ ਭਾਈ ਵਾਲਾ ਜਿਹੜਾ ਸਾਡਾ ਰਿਸ਼ਤਾ ਆ ਵੀ ਉਹ ਕਾਇਮ ਕਰ ਲਈਏ। ਉਹਦੇ ਵਿੱਚ ਸਾਡਾ ਫਰਜ਼ ਬਣਦਾ ਉਹ ਇਹ ਬਣਦਾ ਭਈ ਅਸੀਂ ਆਪਣੀ ਜਿਹੜੀ ਜਿਹਨੂੰ ਕਹਿੰਦੇ ਨਾ ਵੀ ਡਿਊ ਡਿਲੀਜੈਂਸ ਜੀ, ਭਈ ਆਪਣੀ ਜਿਹੜੀ ਤਹਿਕੀਕਾਤ ਆ, ਆਪਣੀ ਤਸੱਲੀ ਜਿਹੜੀ ਆ ਬਿਲਕੁਲ ਉਹ ਕਰੀਏ ਵੀ ਇੱਥੋਂ ਦੇਖੀਏ ਵੀ ਇਹ ਸਿੱਖ ਹੈ ਵੀ। ਸਹੀ ਗੱਲ। ਉਹ ਤੋਂ ਬਾਅਦ ਜਿਹੜਾ ਆ ਵੀ ਸਾਰਾ ਵੀ ਉਹ ਦੇਖੀਏ ਵੀ ਕੀ ਹੁੰਦਾ। ਜਿਹੜੀਆਂ ਅੱਜ ਕੱਲ੍ਹ ਸਾਰਾ ਕੁਝ ਜਿਹੜੇ ਡਰਾਮੇ ਚੱਲਣ ਦੇ ਆ ਵੀ ਕਵਿਤਾ ਲਿਖੀਆਂ ਜਾ ਰਹੀਆਂ ਤੇ ਹੋਰ ਸਾਰਾ ਕੁਝ, ਔਰ ਉਹਦੇ ਵਿੱਚ ਸਭ ਤੋਂ ਘਟੀਆ ਗੱਲ ਇਹ ਆ ਭਈ ਗੁਰੂ ਪਾਤਸ਼ਾਹੀਆਂ ਨਾਲ ਕੰਪੇਅਰ ਕੀਤਾ ਜਾ ਰਿਹਾ। ਬਿਲਕੁਲ ਜੀ ਬਿਲਕੁਲ। ਔਰ ਜਿਹੜੀ ਬਕਵਾਸ ਅੱਗੇ ਗਾਗਰਗਾ ਕਰਦਾ ਸੀ ਇਕੱਲਾ ਤੇ ਉਹਦਾ ਐਡਾ ਰਿਐਕਸ਼ਨ ਹੁੰਦਾ ਹੈਗਾ, ਅੱਜ ਉਹੋ ਹੀ ਬਕਵਾਸ ਜਿਹੜੀ ਆ ਢੱਡਰੀਆਂ ਵਾਲਾ ਬੈਠਾ ਉਹਦੇ ਵਿੱਚ ਗਾਉਣ ਦਿਆ ਆ ਆਪਣੀ ਜਿਹੜੀਆਂ ਉਹ ਪੜ੍ਹਦਾ ਹੈ ਧਾਰਨਾ। ਸੋ ਉਹ ਧਾਰਨਾ ਦੇ ਵਿੱਚ ਤੁਸੀਂ ਮਾੜਾ ਜਿਹਾ ਸ਼ਬਦਾਵਲੀ ਜਿਹੜੀ ਆ ਵੀ ਉਹ ਜੋੜ ਕੇ ਦੇਖ ਲਓ, ਜੋ ਗੱਗ ਬਕਵਾਸ ਕਰਦਾ ਸੀ ਉਹੀ ਇੱਥੇ ਹੁਣ ਦੀ। ਬਿਲਕੁਲ, ਉਹ ਗੱਲ ਬਿਲਕੁਲ ਸਹੀ ਗੱਲ ਹੈ ਭਾਈ। ਥੋੜਾ ਸ਼ਬਦਾਂ ਦਾ ਹੇਰ ਫੇਰ ਕਰਕੇ ਉੱਪਰ ਥੱਲੇ ਕਰਕੇ ਪਰੋਸਿਆ ਉਹੀ ਜਾ ਰਿਹਾ ਜੋ ਗੱਗ ਪਰੋਸ ਰਿਹਾ ਸੀ। ਜਿੱਦਾਂ ਹੁਣ ਆਪ ਜੀ ਬਾਣੀ ਦੀ ਵੀ ਗੱਲ ਕਰਦੇ ਸੀਗੇ, ਮੈਨੂੰ ਉੱਥੇ ਇਹ ਵੀ ਗੱਲ ਨਾਲ ਜੁੜਦੀ ਨਜ਼ਰ ਆ ਰਹੀ ਸੀਗੀ, ਕਿਉਂਕਿ ਹੁਣ ਜਿੱਦਾਂ ਹੁਣ ਹਰਨੇਕ ਨੇ ਪ੍ਰੋਗਰਾਮ ਕੀਤਾ ਆ ਤੇ ਉਹਦੇ ਵਿੱਚ ਉਹਨੇ ਬੜੀ ਸਟ੍ਰੈਸ ਦੇ ਕੇ ਗੱਲ ਕਹੀ ਹੈ ਕਿ ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਿਆ ਤੇ ਮੈਨੂੰ ਬੜਾ ਝਟਕਾ ਜਿਹਾ ਲੱਗਾ। ਯਾਨੀ ਕਿ ਉਹ ਮਤਲਬ ਤੁਸੀਂ ਇਹਨਾਂ ਬੰਦਿਆਂ ਦੀ ਕਮੀਨਗੀਆਂ ਦੇਖੋ, ਜਿਹੜੇ ਜਿੰਨੇ ਵੀ ਅਪਗ੍ਰੇਡ ਤੁਰੇ ਫਿਰਦੇ ਆ, ਜੋ ਇਹਨਾਂ ਦੇ ਲੀਡਰ ਵੀ ਹੈਗੇ ਆ, ਬੇਈਮਾਨੀਆਂ ਦੇਖੋ। ਮਤਲਬ ਉਹ ਕਹਾਣੀ ਇਸ ਹਿਸਾਬ ਨਾਲ ਘੜੀ ਕਿ ਕਹਿੰਦਾ ਜਦੋਂ ਮੈਂ ਸ਼ੀਸ਼ੇ 'ਚ ਦੇਖਿਆ ਤੇ ਮੈਨੂੰ ਬੜਾ ਝਟਕਾ ਲੱਗਾ। ਯਾਨੀ ਕਿ ਬਾਣਾ ਨਹੀਂ ਸੀਗਾ, ਦਾੜਾ ਨਹੀਂ ਸੀਗਾ, ਜਾਂ ਹੈ ਨਾ ਕੇਸ ਨਹੀਂ ਸੀਗੇ, ਤੇ ਬੜਾ ਝਟਕਾ ਲੱਗਾ। ਹੁਣ ਕਵਿਤਾਵਾਂ ਲਿਖਾ ਰਿਹਾ ਆ ਕਿਸੇ ਪਤਾ ਨਹੀਂ ਹੁਣ ABC ਪਰਸਨ ਹੈਗਾ ਕੋਈ ਰਾਜਵੀ, ਕਿਉਂਕਿ ਮੈਨੂੰ ਕਿਸੇ ਨੇ ਉਹਦਾ ਸਕਰੀਨਸ਼ੋਟ ਭੇਜਿਆ ਤੇ ਉਹਦੇ ਵਿੱਚ ਲਿਖਿਆ ਨਵੀਂ ਸੂਰਤ ਵਿੱਚ ਵੀਰੇ ਤੂੰ ਸਗੋਂ ਹੋਰ ਵੀ ਜੱਚਦਾ ਹੈ। ਯਾਨੀ ਉੱਪਰ ਵੀ ਕੁਝ ਲਾਈਨਾਂ ਲਿਖੀਆਂ, ਯਾਨੀ ਕਿ ਮੇਨ ਲਾਸਟ ਦੀਆਂ 2 ਲਾਈਨਾਂ ਇਹ ਤੇ ਸ਼ੇਅਰ ਇਹਨੇ ਆਪ ਕੀਤੀ ਹੋਈ ਹੈ। ਮਤਲਬ ਹੁਣ ਸਾਰਾ ਡਰਾਮਾ ਹੀ ਹੈ ਨਾ। ਉਹ ਇਹਦੇ ਨਾਲ ਵੀ ਜਿਹੜੀ ਗੱਲ ਮੇਰੇ ਦਿਮਾਗ 'ਚ ਆਉਂਦੀ ਸੀ ਵੀ ਜਦੋਂ ਪੁੱਤ ਦੇ ਵਾਲ ਕਟਵਾਏ ਹੈਗੇ ਜੀ, ਉਸ ਵੇਲੇ ਝਟਕਾ ਨਹੀਂ ਲੱਗਿਆ। ਬਿਲਕੁਲ ਹੈ, ਮਤਲਬ ਉਸ ਵੇਲੇ ਝਟਕਾ ਕਿੱਥੇ ਸੀ? ਝਟਕਾ ਲੱਗਣ ਦਾ ਮਤਲਬ ਕਾਰਨ ਸਿੱਧਾ ਇਹੀ ਆ ਨਾ ਵੀ ਜਿਹੜਾ ਗੁਰੂ ਨੇ ਸਾਨੂੰ ਬਖਸ਼ਿਆ, ਜਿਹੜਾ ਗੁਰੂ ਦੇ ਨਾਲ ਸਾਡੀ ਵਫਾਦਾਰੀ ਦੀ ਮੋਹਰ ਆ ਉਹ ਜੀ, ਸੋ ਉਹ ਜਦੋਂ ਕਹਿ ਲਓ ਵੀ ਇਹ ਤੋਂ ਖੋਲੀ ਗਈ ਉਹਦਾ ਝਟਕਾ ਲੱਗਿਆ ਇਹਨੂੰ। ਪਰ ਜਦੋਂ ਇਹਨੇ ਆਪ ਆਪਣੇ ਪੁੱਤ ਤੋਂ ਖੋਈ ਆ ਉਹ ਬਿਲਕੁਲ ਆਪਣੇ ਹੱਥੀਂ ਖੋਈ ਆ, ਉਸ ਵੇਲੇ ਝਟਕਾ ਨਹੀਂ ਲੱਗਿਆ। ਬਿਲਕੁਲ ਉਹੀ ਗੱਲ। ਉਹ ਫਿਰ ਉੱਥੇ ਹੀ ਪਤਾ ਚੱਲਦਾ ਨਾ ਭਾਜੀ ਇਹ ਕਿੰਨੀ ਡਬਲ ਸਟੈਂਡਰਡ ਦੀ ਜ਼ਿੰਦਗੀ ਜੀਂਦੇ ਹੈਗੇ। ਉਸ ਵੇਲੇ ਤੇ ਇਸ ਚੀਜ਼ ਦਾ ਮਜ਼ਾਕ ਉਡਾਉਂਦੇ ਹੈਗੇ ਵੀ ਲਓ ਜੀ ਹੁਣ ਦੇਖੀਏ ਕਿੰਨੇ ਸਿੱਖਾਂ ਦੇ ਸਿਰ ਦੇ ਬਲੂੰਦਰੇ ਜਾਂਦੇ ਆ ਲਾਹਣ ਤੇ ਇਹੋ ਜਿਹੇ ਬਰੂਪੀਆਂ ਦੇ ਉੱਤੇ ਤੇ ਇਹੋ ਜਿਹੇ ਜਿਹੜੇ ਗਿਰਗਟ ਵਾਂਗ ਰੰਗ ਬਦਲਦੇ। ਬਿਲਕੁਲ ਜੀ। ਮੈਨੂੰ ਚੇਤੇ ਉਦੋਂ ਕਹਿੰਦਾ ਹੁੰਦਾ ਸੀਗਾ ਕਿ ਮੇਰੇ 3-4 ਪ੍ਰੋਗਰਾਮ ਦਾ ਮੈਨੂੰ ਮਟੀਰੀਅਲ ਮਿਲ ਜਾਣਾ। ਆਹ ਇਹਦੀ ਸੋਚ ਸੀਗੀ ਉਦੋਂ। ਤੇ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਭਾਜੀ ਜਿੱਦਾਂ ਜਿਹੜਾ ਬਾਣਾ ਆ ਨਾ, ਹੁਣ ਇਹਨੂੰ ਪਤਾ ਆ ਕਿ ਉੱਥੇ ਬਹਿ ਕੇ ਜਦੋਂ ਮੈਂ ਇਦਾਂ ਦਾ ਅਫਸੋਸ ਕਰਨਾ ਹੈ ਕਿ ਮੇਰਾ ਬਾਣਾ ਮੇਰੇ ਤੋਂ ਖੁੱਸ ਗਿਆ ਹੈਗਾ ਆ, ਤੇ ਜਿਹੜੀ ਸਿੰਪੈਥੀ ਮਿਲਣੀ ਹੈ ਉਹ ਉਸੇ ਲਈ ਉਹ ਸਾਰੀ ਕਹਾਣੀ ਘੜੀ ਗਈ ਹੈ। ਵਿਕਟਮ ਕਾਰਡ ਪਲੇ ਕਰ ਰਿਹਾ। ਲੇਕਿਨ ਬਾਕੀ ਜਿੰਨਾ ਕਮੀਣਾ ਬੇਈਮਾਨ ਇਹ ਹੈਗਾ ਸਾਨੂੰ ਪਤਾ ਆ ਕਿ ਕਿੱਦਾਂ ਦੀ ਇਹ ਬੇਈਮਾਨੀਆਂ ਕਮੀਣੀਆਂ ਕਰਦਾ ਆ, ਤੇ ਉਹਦੇ ਵਿੱਚੋਂ ਇਹ ਸਾਰੀਆਂ ਕਹਾਣੀਆਂ ਨਿਕਲ ਰਹੀਆਂ ਹੈਗੀਆਂ ਆ। ਤੇ ਬਾਕੀ ਜਿਹੜੇ ਤੁਸੀਂ ਮੁੰਡੇ ਦੀ ਗੱਲ ਕਰਦੇ ਆ, ਉਹ ਜੇ ਆਪਣੇ ਆਪ ਕਟਾਉਂਦਾ ਇੱਕ ਗੱਲ ਵੱਖਰੀ ਸੀ, ਆਪ ਲੈ ਕੇ ਗਿਆ ਆ ਉਹਨੂੰ। ਨਹੀਂ, ਨਾਲੇ ਗੱਲ ਦੂਜੀ ਇਹ ਵੀ ਹੈ ਨਾ ਵੀ ਜਦੋਂ ਸ੍ਰੀ ਚੰਦ ਆਪਣੇ ਫੈਸਲੇ ਕਰਦਾ ਆ ਜੀ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਠੀਕ ਆ ਭਾਈ, ਜਿੱਦਾਂ ਤੂੰ ਰਾਹ ਆਪਣਾ ਚੁਣਿਆ ਵੀ ਠੀਕ ਆ, ਚੁਣ ਜਾ, ਬਿਲਕੁਲ ਕੋਈ ਮਸਲਾ ਨਹੀਂਗਾ। ਬਿਲਕੁਲ। ਪਰ ਇਹ ਨਾ ਕਹੀਂ ਵੀ ਜੋ ਮੈਂ ਕਰੀ ਜਾਂਦਾ ਆ ਉਹ ਸਾਰਾ ਕੁਝ ਜਿਹੜਾ ਆ ਪ੍ਰਵਾਨ ਆ ਕਿਉਂਕਿ ਮੈਂ ਗੁਰੂ ਨਾਨਕ ਦਾ ਪੁੱਤ ਆ। ਬਿਲਕੁਲ ਜੀ ਬਿਲਕੁਲ। ਇੱਥੇ ਪ੍ਰੋਬਲਮ ਇਹ ਆ ਵੀ ਭਰਾਵਾ ਤੂੰ ਆਪ ਕਟਵਾਏ ਆ ਉਹਦੇ ਕੇਸ ਨਿਆਣੇ ਦੇ। ਬਿਲਕੁਲ। ਉਹ ਤੋਂ ਬਾਅਦ ਫਿਰ ਹੁਣ ਤੂੰ ਡਰਾਮੇ ਕਰਦਾ ਫਿਰਦਾ ਆਖੇ ਵੀ ਮਗਰਮੱਛ ਦੇ ਆਂਸੂ ਵੀ ਆਖੇ ਵੀ ਜਦੋਂ ਮੈਂ ਆਪਣੀ ਸ਼ਕਲ ਵੇਖੀ ਆ ਤੇ ਉਦੋਂ ਮੈਨੂੰ ਬਹੁਤ ਦੁੱਖ ਲੱਗਿਆ। ਨਹੀਂ ਉਹੀ ਹੈ ਨਾ ਭਾਈ, ਸਭ ਡਰਾਮੇ ਚੱਲਦੇ ਆ ਕਿਉਂਕਿ ਇਹਨਾਂ ਨੂੰ ਪਤਾ ਆ ਬਾਣੇ ਦੀ ਅਹਿਮੀਅਤ। ਇਹ ਇੱਕ ਮੈਨੂੰ ਪ੍ਰੋਗਰਾਮ ਦਾ ਚੇਤੇ ਨਹੀਂ ਕਿ ਭਿੰਦਾ ਕਰਦਾ ਸੀਗਾ, ਕੋਈ ਅੰਗਰੇਜ਼ ਕਰਦਾ ਸੀਗਾ, ਤੇ ਉਹਨਾਂ ਦੇ ਮੂੰਹ ਇਹ ਗੱਲ ਕਹਿ ਹੋ ਗਈ ਕਿ ਜੇ ਅੱਜ ਢੱਡਰੀਆਂ ਵਾਲਾ ਬਾਣਾ ਤਿਆਗ ਦੇਵੇ ਤਾਂ ਉਹਦੀ ਗੱਲ ਨਹੀਂ ਸੁਣਨੀ ਕਿਸੇ ਨੇ। ਤੇ ਇਹਨਾਂ ਨੂੰ ਪਤਾ ਬਾਣੇ ਦੀ ਅਹਿਮੀਅਤ, ਲੇਕਿਨ ਟੁੱਚਰ ਕਰਨ ਤੋਂ ਬਾਜ ਨਹੀਂ ਆਉਂਦੇ ਲੋਕ। ਉਹ ਅਸਲ ਦੇ ਵਿੱਚ ਇਹ ਕਹਿ ਲਓ ਵੀ ਲੋਕਾਂ ਨੂੰ ਮੂਰਖ ਬਣਾਉਂਦੇ ਆ। ਇਹੀ ਜਿਹੜਾ ਠੱਗ ਵਰਤੀ ਵਾਲਾ ਹੁੰਦਾ ਨਾ ਜੀ, ਉਹਦੀ ਕਹਿ ਲਓ ਵੀ ਖਾਸੀਅਤ ਹੀ ਇਹ ਹੁੰਦੀ ਆ ਵੀ ਉਹਨੂੰ ਪਤਾ ਹੁੰਦਾ ਵੀ ਕੀ ਕਹਿਣਾ ਕੀ ਕਰਨਾ, ਵੀ ਜਿਹਦੇ ਨਾਲ ਭੇਡਾਂ ਮੇਰੇ ਮਗਰ ਲੱਗਣੀ। ਬਟ
ਸਾਨੂੰ ਮਤਲਬ ਇਦਾਂ ਹੁੰਦਾ ਹੈ ਕਿ ਭਾਜੀ ਆਪਣੇ ਲੋਕਾਂ ਦੇ ਅਫਸੋਸ ਹੁੰਦਾ ਹੈ ਕਿ ਐਡੇ ਭੋਲੇ ਨੇ ਕਿ ਇਹਦੀਆਂ ਸਾਰੀਆਂ ਹਰਕਤਾਂ ਜਗਜਾਰ ਹੋਣ ਤੋਂ ਬਾਅਦ ਵੀ ਉਹ ਸਾਰਾ ਜਿਹੜਾ ਹੈ ਨਾ ਉਹ ਇੱਕ ਇੰਪ੍ਰੈਸ਼ਨ ਹੀ ਕ੍ਰੀਏਟ ਕੀਤਾ ਗਿਆ ਆ ਵੀ ਜਿੱਦਾਂ ਹੈਗਾ ਨਾ ਵੀ 100 ਬੰਦਾ ਜੇ ਮਗਰ ਲੱਗਿਆ ਜੀ 100 ਬੰਦਾ ਆਪਣੀਆਂ 10 20 ਆਈਡੀਆਂ ਜਿਹੜੀਆਂ ਉਹ ਜਾਲੀ ਬਣਾ ਕੇ ਜਾਂ ਜਿਹੜੇ ਹੁਣ ਪੱਕੇ IT ਸੈੱਲ ਬੈਠੇ ਆ ਆਪਣੇ ਸਹੀ ਗੱਲ ਹੈ ਵੀ ਜਿਨ੍ਹਾਂ ਦੇ ਵਿੱਚ ਹੋ ਸਕਦਾ ਵੀ ਇੱਕ ਵੀ ਸਿੱਖ ਨਾ ਹੋਵੇ ਬਿਲਕੁਲ ਸਹੀ ਜਦੋਂ ਉਹ ਲੱਖਾਂ ਆਈਡੀਆਂ ਜਿਹੜੀਆਂ ਆ ਵੀ ਉਹ ਮੈਨੇਜ ਕਰਨ ਦਾ ਆ ਉਹਦੇ ਨਾਲ ਉਹ ਜਿਹਨੂੰ ਮਰਜ਼ੀ ਜਿਹੜਾ ਪ੍ਰਵਾਨ ਕਰ ਸਕਦੇ ਆ ਬਿਲਕੁਲ ਇਸ ਕਰਕੇ ਵੀ ਉਹਦਾ ਨਹੀਂ ਆਪਾਂ ਨੂੰ ਕੋਈ ਵੀ ਨੋਟਿਸ ਲੈਣਾ ਚਾਹੀਦਾ ਵੀ ਕਿੰਨੇ ਬੰਦੇ ਇਹਦੇ ਮਗਰ ਲੱਗੇ ਆ ਤੇ ਕਿੰਨਾ ਕੀ ਹੋ ਰਿਹਾ ਕਿਉਂਕਿ ਉਹ ਸਾਰੀ ਜਾਲੀ ਖੇਡ ਆ ਸਹੀ ਗੱਲ ਉਹਦੇ ਨਾਲ ਉਹ ਜਿਹਨੂੰ ਮਰਜ਼ੀ ਥੱਲੇ ਸੁੱਟ ਸਕਦੇ ਆ ਤੇ ਜਿਹਨੂੰ ਮਰਜ਼ੀ ਉਹ ਪ੍ਰਵਾਨ ਸਾਬਤ ਕਰ ਸਕਦੇ ਜੀ ਬਿਲਕੁਲ ਬਿਲਕੁਲ ਉਹਦਾ ਤੇ ਜਿਹੜਾ ਨੋਟਿਸ ਲੈਣਾ ਨਾ ਉਹ ਐਵੇਂ ਹੀ ਕਹਿ ਲਓ ਵੀ ਮਨ ਦੇ ਉੱਤੇ ਬੋਝ ਪਾਉਣੇ ਵਾਲੀ ਗੱਲ ਆ ਸਹੀ ਗੱਲ ਹੈ ਵੀ ਜਿੱਦਾਂ ਨਾ ਵੀ ਅੰਗਰੇਜ਼ਾਂ ਵੇਲੇ ਸੀਗਾ ਵੀ ਜੇ ਕਿਸੇ ਨੂੰ ਸਰ ਦਾ ਖਿਤਾਬ ਦੇ ਦਿੱਤਾ ਕਿਸੇ ਨੂੰ ਜਗੀਰ ਦੇ ਦਿੱਤੀ ਕਿਸੇ ਨੂੰ ਕੁਛ ਹੋਰ ਏਦਾਂ ਕਰ ਦਿੱਤਾ ਹੁਣ ਉਹ ਪੰਗਾ ਇਹ ਪੈ ਜਾਂਦਾ ਵੀ ਜਿਹੜੀ ਆਮ ਰਿਆਇਆ ਆ ਉਹਦੇ ਵਿੱਚ ਤੇ ਹੁਣ ਉਹਦਾ ਕੱਦ ਵੱਡਾ ਹੋ ਜਾਂਦਾ ਬਿਲਕੁਲ ਸੋ ਉਹ ਇਸੇ ਹਿਸਾਬ ਨਾਲ ਹੀ ਉਹਨਾਂ ਨੇ ਅਗਲਿਆਂ ਨੇ ਵੀ 100 ਸਾਲ ਤੱਕ ਪੰਜਾਬ ਨੂੰ ਗੁਲਾਮ ਬਣਾਈ ਰੱਖਿਆ ਬਿਲਕੁਲ ਬਿਲਕੁਲ ਸੋ ਉਹੀ ਹੱਥਕੰਡੇ ਜਿਹੜੇ ਆ ਉਹ ਬਦਲੇ ਰੂਪ ਦੇ ਵਿੱਚ ਵੀ ਅੱਜ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਇੱਥੇ ਵਰਤੇ ਜਾ ਰਹੇ ਸਹੀ ਗੱਲ ਹੈ ਜੀ ਸੋ ਉਹ ਸਿਰਫ ਸਾਡੀ ਗੱਲੋਂ ਸਿਆਣਪ ਆ ਵੀ ਜਦੋਂ ਅਸੀਂ ਜਿਹੜਾ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਵੀ ਇਹਦੇ ਥਰੂ ਵੇਖ ਲੈਂਦੇ ਆ ਵੀ ਜਿਹੜਾ ਮੇਕਅਪ ਆ ਨਾ ਜਿਹੜੀ ਕਹਿ ਲਓ ਵੀ ਕੁੱਤੇ ਨੂੰ ਸੁਰਖੀ ਬਿੰਦੀ ਲਾਈ ਜਾ ਰਹੀ ਆ ਜਦੋਂ ਤੁਸੀਂ ਸੁਰਖੀ ਬਿੰਦੀ ਦੇ ਪਿੱਛੇ ਵੇਖ ਲਿਆ ਵੀ ਹੈ ਤੇ ਕੁੱਤਾ ਹੀ ਆ ਬਿਲਕੁਲ ਉੱਥੋਂ ਸਾਰਾ ਜਿਹੜਾ ਆ ਵੀ ਉਹ ਜਿਹੜੀ ਇਫੈਕਟਿਵਨੈਸ ਆ ਉਸ ਸੁਰਖੀ ਬਿੰਦੀ ਦੀ ਉਹ ਖਤਮ ਹੋ ਜਾਂਦੀ ਸਹੀ ਗੱਲ ਹੈ ਸੋ ਆਪਾਂ ਜੇ ਕਿਤਾਬ ਪੜ੍ਹੀਏ ਤੇ ਆਪਾਂ ਤੀਜੇ ਚੈਪਟਰ ਪੜ੍ਹ ਰਹੇ ਸੀਗੇ ਜੀ ਵੀ ਜਿਹਦੇ ਵਿੱਚ ਇੱਕ ਮੁਜ਼ਾਹਰਾ ਹੋਇਆ ਸੀਗਾ ਵੀ ਇਹਦੇ ਜਿਹੜਾ ਕੈਨੇਡਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਸੀਗਾ ਉਹਦੇ ਬਾਹਰ ਜੀ ਤੇ ਉਹਦੇ ਵਿੱਚ ਇੱਕ ਜਿਹੜਾ ਧੜਾ ਜਿਹੜੀਆਂ ਭਾਰਤ ਸਰਕਾਰ ਦੀਆਂ ਹਰਕਤਾਂ ਸੀਗੀਆਂ ਪੰਜਾਬ ਦੇ ਵਿੱਚ 1982-83 ਦੇ ਵਿੱਚ ਜੀ ਵੀ ਉਹਦੇ ਖਿਲਾਫ ਮੁਜ਼ਾਹਰਾ ਕਰ ਰਿਹਾ ਸੀਗਾ ਉਹ ਤੋਂ ਉਸ ਮੁਜ਼ਾਹਰੇ ਦੇ ਖਿਲਾਫ ਦੂਜਾ ਧੜਾ ਜਿਹੜਾ ਆ ਵੀ ਉਹ ਉੱਥੇ ਪਹੁੰਚ ਗਿਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀਗਾ ਵੀ ਅਸੀਂ ਖਾਲਿਸਤਾਨ ਦੇ ਵਿਰੋਧੀ ਹਾਂ ਜੀ ਤੇ ਭਾਰਤ ਸਰਕਾਰ ਦੇ ਹਮਾਇਤੀ ਹਾਂ ਤੇ ਉਹ ਦੋਵਾਂ ਧੜਿਆਂ ਦੇ ਵਿੱਚ ਹੀ ਮਤਲਬ ਕਹਿਣ ਨੂੰ ਸਿੱਖ ਸੀਗੇ ਵੀ ਜਿਨ੍ਹਾਂ ਨੂੰ ਇਹ ਆ ਨਾ ਵੀ ਇਹ ਜੀ ਸਿੱਖ ਕਰ ਰਹੇ ਸੀ ਉਹ ਇਹ ਵੀ ਧਿਆਨ ਨਾਲ ਸੁਣ ਲੈਣ ਵੀ ਜਿਹੜਾ ਦੂਜਾ ਧੜਾ ਸੀਗਾ ਵੀ ਉਹਦੇ ਵਿੱਚ ਵੀ ਇਹ ਸਿੱਖ ਰੂਪ ਵਾਲੇ ਹੀ ਸੀਗੇ ਤੇ ਉਹ ਦੂਜੇ ਧੜੇ ਦੇ ਇੱਧਰੋਂ ਮਤਲਬ ਜਦੋਂ ਆਪਸ ਦੇ ਵਿੱਚ ਗੋਲੀਆਂ ਚੱਲ ਗਈਆਂ ਤੇ ਉਹ ਸਾਰਾ ਕੁਝ ਜਿਹੜੀ ਮੈਨੀਪੂਲੇਸ਼ਨ ਹੋਈ ਉਹ ਆਪਾਂ ਪਿਛਲੇ ਜਿਹੜੇ ਪ੍ਰੋਗਰਾਮ ਹੈ ਵੀ ਉਹਦੇ ਵਿੱਚ ਤੁਹਾਨੂੰ ਜਿਹੜੀ ਆ ਵੀ ਉਹ ਦੱਸ ਚੁੱਕੇ ਆ ਜੀ ਬਿਲਕੁਲ ਤੇ ਹੁਣ ਆਪਾਂ ਅੱਗੇ ਇਹ ਪੜ੍ਹੀਏ ਵੀ ਉਹ ਕਹਿੰਦੇ ਵੀ ਐਂਡ ਦੈਨ ਦੇਅਰ ਵਾਜ਼ ਦਾ ਵਾਈਸ ਕਾਉਂਸਲ ਹਿਮਸੈਲਫ ਦਵਿੰਦਰ ਸਿੰਘ ਆਹਲੂਵਾਲੀਆ he gave the appearance of being a good-hearted pro-police diplomat who was helping the Metro Department develop its intelligence files on the Sikhs ਜੀ ਯਾਨੀ ਕਿ ਉਹ ਕਹਿੰਦਾ ਵੀ ਹੁਣ ਆਪਾਂ ਧਿਆਨ ਕਰੀਏ ਵੀ ਦਵਿੰਦਰ ਸਿੰਘ ਆਹਲੂਵਾਲੀਏ ਵੱਲ ਵੀ ਜਿਹੜਾ ਭਾਰਤੀ ਵਾਈਸ ਕਾਉਂਸਲ ਸੀਗਾ ਵੀ ਉੱਥੇ ਦਾ ਕੈਨੇਡਾ ਦੇ ਵਿੱਚ ਜੀ ਤੇ ਉਹ ਇਹ ਆਪਣੇ ਆਪ ਨੂੰ ਐਜ਼ ਪੇਸ਼ ਕਰਦਾ ਸੀਗਾ ਵੀ ਮੈਂ ਤੇ ਬੜੇ ਸਾਫ਼ ਦਿਲ ਵਾਲਾ ਵੀ ਪੁਲਿਸ ਪੱਖੀ ਡਿਪਲੋਮੈਟ ਆ ਸਫੀਰ ਆ ਤੇ ਜਿਹੜੇ ਮੇਰੇ ਤੋਂ ਜੋ ਹੈਲਪ ਹੋ ਸਕਦੀ ਆ ਮੈਟਰੋ ਜਿਹੜਾ ਪੁਲਿਸ ਡਿਪਾਰਟਮੈਂਟ ਆ ਵੀ ਉਹਦੇ ਲਈ ਵੀ ਉਹ ਜਿਹੜੇ ਕਹਿ ਲਓ ਵੀ ਸ਼ੱਕੀ ਸਿੱਖ ਆ ਜਾਂ ਜਿਹਨਾਂ ਸਿੱਖਾਂ ਦੇ ਉੱਤੇ ਵੀ ਉਹ ਆਪਣੀਆਂ ਇੰਟੈਲੀਜੈਂਸ ਦੀਆਂ ਫਾਈਲਾਂ ਬਣਾਉਣੀਆਂ ਚਾਹੁੰਦੇ ਆ ਵੀ ਆਹ ਬੰਦੇ ਤੇ ਨਜ਼ਰ ਰੱਖੋ ਜਾਂ ਆਹ ਬੰਦੇ ਵਾਲੇ ਧਿਆਨ ਰੱਖੋ ਜੀ ਵੀ ਉਹਦੇ ਵਿੱਚ ਵੀ ਦਵਿੰਦਰ ਸਿੰਘ ਆਹਲੂਵਾਲੀਆ ਕਹਿੰਦਾ ਵੀ ਮੈਂ ਪੂਰੀ ਹੈਲਪ ਕਰਦਾ ਅੰਟਿਲ ਦਾ ਸ਼ੂਟਿੰਗ ਇਨਸੀਡੈਂਟ ਵੀ ਜਿਹੜਾ ਮੁਜ਼ਾਹਰਾ ਹੀ ਆਪਾਂ ਗੱਲ ਕੀਤੀ ਉਹਦੇ ਵਿੱਚ ਜਦੋਂ ਗੋਲੀ ਚੱਲੀ ਆ ਦੀ ਐਥਨਿਕ ਸਕੁਆਡ ਟਰਸਟਡ ਆਹਲੂਵਾਲੀਆ ਕੰਪਲੀਟਲੀ ਜਿੰਨੀ ਦੇਰ ਤੱਕ ਆ ਗੋਲੀ ਕਾਂਡ ਨਹੀਂ ਹੋਇਆ ਉਦੋਂ ਤੱਕ ਵੀ ਜਿਹੜੀ ਪੁਲਿਸ ਸੀਗੀ ਉਹ ਆਹਲੂਵਾਲੀਏ ਦੇ ਉੱਤੇ ਅੰਨਾ ਯਕੀਨ ਕਰਦੀ ਸੀ Later it suspected that he was manipulating the police for his own purposes while wielding substantial influence over activities within the Sikh community. ਉਹ ਜਦੋਂ ਆ ਗੋਲੀ ਕਾਂਡ ਹੋਇਆ ਉਹ ਤੋਂ ਬਾਅਦ ਉਹਨਾਂ ਨੂੰ ਸ਼ੱਕ ਇਹ ਸ਼ੁਰੂ ਹੋਇਆ ਵੀ ਇਹ ਬੰਦਾ ਜਿਹੜਾ ਆ ਵੀ ਇਹ ਪੁਲਿਸ ਨੂੰ ਵੀ ਕਠਪੁਤਲੀਆਂ ਵਾਂਗ ਨਚਾ ਰਿਹਾ ਜੀ ਤੇ ਜਿਹੜੀ ਸਿੱਖ ਕਮਿਊਨਿਟੀ ਆ ਉਹਦੇ ਅੰਦਰ ਵੀ ਜੋ ਕੁਝ ਹੋ ਰਿਹਾ ਉਹਦੇ ਉੱਤੇ ਉਹਨੇ ਪੂਰਾ ਆਪਣਾ ਜਿਹੜਾ ਅਸਰ ਆ ਵੀ ਰਸੂਖ ਜਿਹੜਾ ਵੀ ਉਹ ਜਮਾਇਆ ਹੋਇਆ ਵੀ ਇਹ ਤੋਂ ਜਿੱਦਾਂ ਕਹਿ ਲਓ ਵੀ ਇਹ ਤੋਂ ਆਹਲੂਵਾਲੀਏ ਤੋਂ ਪੁੱਛੇ ਬਿਨਾਂ ਵੀ ਕੁਝ ਨਹੀਂ ਹੋ ਰਿਹਾ ਸਿੱਖ ਕਮਿਊਨਿਟੀ ਦੇ ਵਿੱਚ The information Ahluwalia was giving to Metro Police about Canadian Sikhs was also kept on file at the consulate.
ਭਈ ਜਿਹੜੀ ਉਹ ਜਾਣਕਾਰੀ ਮੈਟਰੋ ਪੁਲਿਸ ਨੂੰ ਦਿੰਦਾ ਸੀਗਾ ਇਹ ਆਹਲੂਵਾਲੀਆ, ਉਹ ਸੇਮ ਜਾਣਕਾਰੀ ਜਿਹੜੀ ਆ ਸਿੱਖਾਂ ਬਾਰੇ ਉਹ ਜਿਹੜਾ ਭਾਰਤੀ ਕੌਂਸਲੇਟ ਆ ਵੀ ਉਹਦੇ ਅੰਦਰ ਵੀ ਫਾਈਲ ਉਦਾਂ ਹੀ ਬਣ ਗਈ ਹੈ ਜੀ। ਯਾਨੀ ਕਿ ਮਤਲਬ ਭਈ ਜਦੋਂ ਤੁਸੀਂ ਆਪ ਫਾਈਲਾਂ ਬਣਵਾ ਰਹੇ ਆ ਜੀ ਬਿਲਕੁਲ, ਤੇ ਤੁਹਾਨੂੰ ਉੱਥੋਂ ਫਾਈਲਾਂ ਚੱਕਣੇ ਦੀ ਲੋੜ ਨਹੀਂ ਵੀ ਕੋਈ ਪੁਲਿਸ ਦੇ ਵਿੱਚ ਤੁਸੀਂ ਬੰਦਾ ਲੱਭੋ ਵੀ ਭਾਈ ਵੀ ਮੈਨੂੰ ਅਖੇ ਵੀ ਜਿਹੜੀਆਂ ਫਾਈਲਾਂ ਉੱਥੇ ਡਿਪਾਰਟਮੈਂਟ ਦੇ ਵਿੱਚ ਹੈਗੀਆਂ ਉਹਨਾਂ ਦੀ ਇੱਕ ਕਾਪੀ ਦੇ ਦੇ ਜੀ ਵੀ ਬਿਲਕੁਲ, ਉਹਦੇ ਫਾਈਲਾਂ ਤੁਸੀਂ ਬਣਵਾ ਰਹੇ ਆ, ਜੋ ਤੁਸੀਂ ਬਣਵਾ ਰਹੇ ਆ ਉਹਦੀ ਕਾਪੀ ਨਾਲੋਂ ਨਾਲ ਹੀ ਤੁਹਾਡੇ ਆਪਣੇ ਕੋਲ ਜਿਹੜੀ ਆ ਵੀ ਉਹ ਬਣੀ ਜਾ ਰਹੀ ਹੈ। ਬਿਲਕੁਲ। ਸੋ ਉਹ ਇੱਥੇ ਤੱਕ ਮਤਲਬ ਕਹਿ ਲਓ ਵੀ ਉਹਦਾ ਜਿਹੜਾ ਇੰਟਰਫੇਰੈਂਸ ਆ ਵੀ ਕੈਨੇਡਾ ਦੀ ਸਰਕਾਰ ਦੇ ਅੰਦਰ ਭਈ ਉਹ ਸੀਗੀ ਜੀ। It was used, police learned to deny Canadian Sikhs visas to visit their homeland. ਸੋ ਇੱਕ ਪਾਸੇ ਇਹ ਤੇ ਜਾਣਕਾਰੀ ਦਿੱਤੀ ਜਾ ਰਹੀ ਪੁਲਿਸ ਦੇ ਵਿੱਚ, ਜੀ। ਉਸ ਤੋਂ ਬਾਅਦ ਉਹੀ ਜਾਣਕਾਰੀ ਜਿਹੜੀ ਆ ਉਹ ਵਰਤੀ ਜਾ ਰਹੀ ਆ ਐਜ਼ ਜਸਟੀਫਿਕੇਸ਼ਨ ਵੀ ਜਿਹੜਾ ਬੰਦੇ ਦੇ ਬਾਰੇ ਉਹਨੇ ਪੁਲਿਸ ਨੂੰ ਗਲਤ ਜਾਣਕਾਰੀ ਦਿੱਤੀ ਆ, ਜਦੋਂ ਉਹਨੇ ਵੀਜ਼ੇ ਲਈ ਅਪਲਾਈ ਕਰਨਾ ਉਹਨੂੰ ਡਿਨਾਈ ਕਰ ਦੇਣਾ ਵੀ ਨਾ ਨਾ ਨਾ। ਔਰ ਉਹ ਕੈਨੇਡਾ ਲਈ ਜਿਹੜੀ ਸਰਕਾਰ ਆ ਉਹਨੇ ਕਹਿਣਾ ਵੀ ਠੀਕ ਡਿਨਾਈ ਕੀਤਾ ਕਿਉਂਕਿ ਸਾਡੇ ਕੋਲੇ ਫਾਈਲ ਪਈ ਆ, ਉਹਦੇ ਵਿੱਚ ਇਹ ਜਾਣਕਾਰੀ ਹੈਗੀ ਆ ਵੀ ਇਹ ਬੰਦਾ ਜਿਹੜਾ ਵੀ ਆਹ ਹਰਕਤਾਂ ਲਈ ਜ਼ਿੰਮੇਵਾਰ ਹੈ, ਜਦ ਕਿ ਮਤਲਬ ਵੀ ਉਹ ਜਾਣਕਾਰੀ ਵੀ ਇਹਨਾਂ ਕੋਲੋਂ ਹੀ ਆ ਰਹੀ ਆ। ਬਿਲਕੁਲ। ਸੋ ਜਾਨੀ ਕਿ ਵੀ ਜਿਹਨੂੰ ਡਿਸਕ੍ਰੈਡਿਟ ਕਰਨਾ ਆ ਉਹਦੇ ਬਾਰੇ ਆਪੇ ਹੀ ਜਾਣਕਾਰੀ ਦੇ ਕੇ ਆਪੇ ਹੀ ਫਾਈਲ ਬਣਵਾ ਦਿਓ ਜੀ। ਬਿਲਕੁਲ। ਔਰ ਉਹ ਇੱਕ ਕਹਿ ਲਓ ਵੀ ਉਹ ਜਿਹੜਾ ਸਾਈਕਲ ਬਣ ਜਾਂਦਾ ਵੀ ਜਿਹਨੇ ਚੈੱਕ ਕਰ ਸਕਦਾ ਜਾਂ ਜਿਹੜਾ ਚੈਲੰਜ ਕਰ ਸਕਦਾ ਆ, ਜਿੱਦਾਂ ਵੀ ਜੇ ਮੰਨ ਲਓ ਵੀ ਕੋਈ ਅਖਬਾਰ ਵਾਲਾ ਜਿਹੜਾ ਆ ਵੀ ਉਹਨੂੰ ਪਤਾ ਲੱਗੇ ਜਾਂ ਵੀ ਮੰਨ ਲਓ ਵੀ AB ਸਿੰਘ ਕੋਲੇ ਵੀ ਉਹਨੇ ਅਪਲਾਈ ਕੀਤਾ ਤੇ ਉਹਦਾ ਵੀਜ਼ਾ ਜਿਹੜਾ ਡਿਨਾਈ ਕਰ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ, ਉਹ 'ਤੇ ਇਲਜ਼ਾਮ ਲਾ ਕੇ ਉਹ ਵਿਚਾਰਾ ਗਿਆ ਅਖਬਾਰਾਂ ਕੋਲੇ ਭਈ ਕੈਨੇਡਾ ਵਾਲੀਆਂ ਕੋਲੇ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਇਹ ਵੀ ਦੇਖੋ ਜੀ ਮੈਨੂੰ ਧੱਕਾ ਹੋ ਰਿਹਾ ਵੀ ਮੈਂ ਇੱਦਾਂ ਜਾਣਾ ਇੰਡੀਆ ਨੂੰ ਤੇ ਮੈਨੂੰ ਇੰਡੀਅਨ ਸਰਕਾਰ ਜਿਹੜੀ ਹੈ ਵੀਜ਼ਾ ਨਹੀਂ ਦੇ ਰਹੀ, ਮੈਂ ਪਰਿਵਾਰ ਨੂੰ ਮਿਲਣਾ ਜਾਂ ਪਰਿਵਾਰ ਦੇ ਵਿੱਚ ਕੋਈ ਫੰਕਸ਼ਨ ਉਹ ਅਟੈਂਡ ਕਰਨਾ। ਹੁਣ ਜਿਹੜਾ ਜਰਨਲਿਸਟ ਆ ਉਹਦੇ ਕੋਲੇ ਇੱਕ ਬੰਦਾ ਆ ਕੇ ਕੁਝ ਕਹਿ ਰਿਹਾ, ਉਹਨੂੰ ਤੇ ਚੈੱਕ ਕਰਨਾ ਨਾ ਵੀ ਜੋ ਇਹ ਕਹਿ ਰਿਹਾ ਵੀ ਉਹ ਸਹੀ ਹੈ ਕਿ ਗਲਤ ਆ। ਉਹਦੇ ਕੋਲੇ ਇਹੀ ਆ ਵੀ ਉਹ ਭਾਰਤ ਕੌਂਸਲੇਟ ਕੋਲੇ ਜਾਊਗਾ, ਉਹਨਾਂ ਨੇ ਕਹਿ ਦੇਣਾ ਜੀ ਬਿਲਕੁਲ ਜੀ ਵੀ ਇਹ ਬੰਦਾ ਇਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਆ। ਉਹ ਕਹੋਗੇ ਅੱਛਾ, ਫਿਰ ਉਹ ਕਹੂਗਾ ਵੀ ਜਾ ਕੇ ਵੀ ਕੈਨੇਡੀਅਨ ਪੁਲਿਸ ਕੋਲ ਪੁੱਛ ਲੈਂਦੇ ਅਸੀਂ, ਜੇ ਉਹ ਹਰਕਤਾਂ ਜਿਹੜੀਆਂ ਆ ਵੀ ਉਹ ਪੰਜਾਬ ਦੇ ਅੰਦਰ ਜਾਂ ਇੱਥੇ ਕੈਨੇਡਾ ਦੇ ਅੰਦਰ ਹੋ ਰਹੀਆਂ ਸੋ ਕੈਨੇਡੀਅਨ ਪੁਲਿਸ ਕੋਲੇ ਜਾ ਕੇ ਪੁੱਛਦਾ। ਕੈਨੇਡੀਅਨ ਪੁਲਿਸ ਜਿਹੜੀ ਆ ਵੀ ਉਹ ਆਪਣੀਆਂ ਫਾਈਲਾਂ ਵੇਖ ਕੇ ਕਹਿੰਦੀ ਆ ਵੀ ਹਾਂਜੀ ਠੀਕ ਆ ਜੀ ਵੀ ਸਾਡੇ ਕੋਲੇ ਜਾਣਕਾਰੀ ਹੈਗੀ, ਇਹ ਬੰਦਾ ਜ਼ਿੰਮੇਵਾਰ ਆ, ਉੱਥੇ ਕਹਾਣੀ ਖਤਮ ਹੋ ਗਈ। ਬਿਲਕੁਲ। ਨਾ ਉਹਦੇ ਹੱਕ 'ਚ ਕਿਸੇ ਨੇ ਆਵਾਜ਼ ਚੱਕਣੀ ਆ, ਬਲਕਿ ਇਹੀ ਉਹਨਾਂ ਨੇ ਸਾਰਿਆਂ ਨੂੰ ਕਹਿ ਦੇਣਾ ਵੀ ਇਹ ਬੰਦਾ ਜਿਹੜਾ ਆ ਵੀ ਇਹ ਤੋਂ ਬਚ ਕੇ ਰਹੋ ਭਈ ਇਹ ਆਹ ਚੀਜ਼ਾਂ ਦੇ ਵਿੱਚ ਇਨਵੋਲਵ ਆ। ਹੋ ਸਕਦਾ ਵੀ ਉਹ ਬੰਦੇ ਨੂੰ ਇੰਨੀ ਵੀ ਜਾਣਕਾਰੀ ਨਾ ਹੋਵੇ ਵੀ ਉੱਤੇ ਇਲਜ਼ਾਮ ਕੀ ਲੱਗੇ ਹੋਏ। ਬਿਲਕੁਲ ਪੋਸੀਬਲ ਹੈਗਾ। ਔਰ ਇਹੀ ਚੀਜ਼ਾਂ ਨਿਊਜ਼ੀਲੈਂਡ 'ਚ ਹੋ ਰਹੀਆਂ ਵੀ ਜਿਹੜੇ ਨਾ ਬੰਦੇ ਇੱਥੇ ਇੰਡੀਆ ਦੇ ਹੱਥ ਠੋਕ ਕੇ ਬੈਠੇ ਹੋਏ ਨਿਊਜ਼ੀਲੈਂਡ ਪੁਲਿਸ ਦੇ ਵਿੱਚ, ਉਹ ਇਹੋ ਜਿਹੀਆਂ ਹੀ ਫਾਈਲਾਂ ਇੱਥੇ ਜਿਹੜੀਆਂ ਆ ਵੀ ਉਹ ਆਮ ਬੰਦਿਆਂ ਦੇ ਬਾਰੇ ਬਣਵਾ ਰਹੇ ਔਰ ਉਹਦੇ ਨਾਲ ਵੀ ਜਿਹੜੀ ਕ੍ਰੈਡੀਬਿਲਿਟੀ ਅਗਲਿਆਂ ਦੀ ਉਹ ਜਦੋਂ ਖਤਮ ਕਰਦੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਹੋ ਕੀ ਰਿਹਾ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਸੇਮ ਪੈਟਰਨ ਜਿਹੜਾ ਆ ਉਹ ਅਜੇ ਵੀ ਚਾਲੂ ਆ। ਇਹ ਨਹੀਂਗਾ ਵੀ ਉੱਥੇ ਐਕਸਪੋਜ਼ ਹੋਣ ਦੇ ਨਾਲ ਕਿਤਾਬ ਛਪਣ ਦੇ ਨਾਲ ਉਹ ਖਤਮ ਹੋ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਵੀ ਸਾਨੂੰ ਪੂਰੀਆਂ ਦਿਮਾਗ ਦੇ ਵਿੱਚ ਰੱਖਣ ਦੀ ਲੋੜ ਆ। ਸਹੀ ਗੱਲ ਹੈ ਜੀ। ਅੱਗੇ ਲਿਖਦੇ ਨੇ ਜੀ ਵੀ ਆਹਲੂਵਾਲੀਆ ਹੈਡ ਕੈਜੂਅਲੀ ਮੈਂਸ਼ਨਡ ਟੂ ਐਨ ਐਥਨਿਕ ਸਕੁਆਡ ਆਫਿਸਰ ਦੈਟ ਵਾਇਲੈਂਸ ਮਾਈਟ ਬ੍ਰੇਕ ਆਊਟ ਐਟ ਦਾ ਡੈਮੋਨਸਟ੍ਰੇਸ਼ਨ। ਦੇਖੋ ਭਈ ਉਹਨੇ ਆਹਲੂਵਾਲੀਏ ਨੇ ਵੀ ਜਿਹੜਾ ਐਥਨਿਕ ਸਕੁਆਡ ਆਫਿਸਰ ਸੀਗਾ ਯਾਨੀ ਕਿ ਵੀ ਜਿਹੜੇ ਭਾਰਤੀ ਜਾਂ ਪਾਕਿਸਤਾਨੀ ਮੂਲ ਦੇ ਸੀਗੇ ਪੁਲਿਸ ਅਫਸਰ ਭਈ ਉਹਨਾਂ ਦੇ ਵਿੱਚੋਂ ਇੱਕ ਦੇ ਕੋਲੇ ਉੱਦਾਂ ਹੀ ਨਾ ਵੀ ਗੱਲ ਕਰਦੇ ਕਰਦੇ ਕਹਿ ਦਿੱਤਾ ਸੀਗਾ ਵੀ ਮੈਨੂੰ ਡਰ ਆ ਵੀ ਜਿਹੜੀ ਇਹ ਮੁਜ਼ਾਹਰਾ ਹੋਣ ਲੱਗਿਆ ਵੀ ਇਹਦੇ ਵਿੱਚ ਹਿੰਸਾ ਹੋ ਜਾਣੀ ਹੈ ਵੀ ਗੋਲੀ ਚੱਲ ਜਾਣੀ ਹੈ। His words hadn't comprised an urgent warning। ਵੀ ਮਤਲਬ ਉਹਨੇ ਇਸ ਹਿਸਾਬ ਨਾਲ ਨਹੀਂ ਕਿਹਾ ਵੀ ਉਹਨੂੰ ਕੋਈ ਸੀਰੀਅਸਲੀ ਲਵੇ ਵੀ ਇਹਦੇ ਕੋਲੇ ਕੋਈ ਜਾਣਕਾਰੀ ਸੀਰੀਅਸ ਆ ਵੀ ਅਸੀਂ ਵੀ ਤਹਿਕੀਕਾਤ ਕਰ ਲਈਏ। ਉੱਦਾਂ ਹੀ ਗੱਲ ਕਰਦੇ ਕਰਦੇ ਵੀ ਮਾੜਾ ਜਿਹਾ ਇੱਦਾਂ ਵਿੱਚ ਛੱਡ ਦਿੱਤੀ ਤੇ ਹੁਣ ਉਹ ਕਹਿੰਦਾ ਵੀ ਇਹ ਵੀ his words hadn't comprised an urgent warning but after the fact he could say he had at least alerted the police to the danger। ਯਾਨੀ ਕਿ ਉਹ ਆਪਣੇ ਲਈ ਗਰਾਊਂਡ ਜਿਹੜੀ ਆ ਆਪਣੀ ਕ੍ਰੈਡੀਬਿਲਿਟੀ ਜਿਹੜੀ ਆ ਉਹ ਵਧਾ ਰਿਹਾ ਵੀ ਮੈਂ ਤਾਂ ਪਹਿਲਾਂ ਹੀ ਦੱਸਿਆ ਸੀ ਜੀ ਬਿਲਕੁਲ ਵੀ ਇਹਦੀ ਸੰਭਾਵਨਾ ਹੈਗੀ ਆ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਪੈਟਰਨ ਦਾ ਹੀ ਹਿੱਸਾ ਹੈ। If anything, his statement would further enhance his credibility as a knowledgeable and trustworthy source of information। ਕਿਉਂਕਿ ਹੁਣ ਉਹ ਪੁਲਿਸ ਅਫਸਰ ਜਿਹਨੂੰ ਕਿਹਾ ਉਹਨੇ ਉਹ ਡਿਨਾਈ ਵੀ ਨਹੀਂ ਕਰ ਸਕਦਾ ਵੀ ਮੈਨੂੰ ਨਹੀਂ ਕਿਹਾ ਬਿਲਕੁਲ, ਪਰ ਉਹਦੇ ਲਈ ਇਹ ਕਹਿਣਾ ਔਖਾ ਆ ਵੀ ਉਹ ਹੁਣ ਜਦੋਂ ਉਹ ਕਹੂਗਾ ਭਾਜੀ ਮੈਨੂੰ ਲੱਗਿਆ ਸੀਗਾ ਵੀ ਇਹ ਕਹਿ ਰਿਹਾ ਵੈਸੇ ਵੀ ਇਹਨੂੰ ਸ਼ੱਕ ਆ ਵੀ ਇਹਦੇ ਕੋਲੇ ਕੋਈ ਪੱਕੀ ਜਾਣਕਾਰੀ ਨਹੀਂ, ਪਰ ਉਹ ਸ਼ੱਕ ਜਿਹੜਾ ਆ ਵੀ ਉਹ ਹੁਣ ਉਹ ਆਪਣੇ ਆਪ ਦੇ ਵਿੱਚ ਜਿਹੜਾ ਸਬੂਤ ਵਜੋਂ ਰੱਖ ਰਿਹਾ। ਬਿਲਕੁਲ। ਸੋ ਉਹ ਸਾਰੀ ਜਿਹੜੀ ਆ ਵੀ ਇਹ ਖੇਡ ਦਾ ਹਿੱਸਾ ਜਿਹੜਾ ਵੀ ਉਹ ਸਾਨੂੰ ਸਮਝਣੇ ਦੀ ਲੋੜ ਆ। ਅੱਗੇ ਇਨਸੀਡੈਂਟ ਜਿਹੜਾ ਵੀ ਇਹ ਬੜਾ ਧਿਆਨ ਦੇਣੇ ਵਾਲਾ ਜੀ।
ਵੀ ਉਹ ਕਹਿੰਦੇ ਵੀ ਔਨ ਦਾ ਨਾਈਟ ਬਿਫੋਰ ਦਾ ਡੈਮੋਨਸਟ੍ਰੇਸ਼ਨ ਆਹਲੂਵਾਲੀਆ ਪੇਡ ਅ ਲੇਟ ਵਿਜ਼ਿਟ ਟੂ ਦੀ ਹੋਮ ਆਫ ਦਤਿੰਦਰ ਸਿੰਘ ਸੋਢੀ, ਅ ਫ੍ਰੀਲਾਂਸ ਫੋਟੋਗ੍ਰਾਫਰ, ਯਾਨੀ ਕਿ ਵੀ ਉਹ ਫ੍ਰੀਲਾਂਸਰ ਸੀਗਾ ਜਿਹੜਾ ਆਪਣੇ ਆਪ ਲਈ ਫੋਟੋਗ੍ਰਾਫੀ ਕਰਦਾ ਸੀ ਜੀ। ਤੇ ਉਹਦਾ ਨਾਂ ਸੀ ਦਤਿੰਦਰ ਸਿੰਘ ਸੋਢੀ। ਜਿਹੜਾ ਆਹਲੂਵਾਲੀਆ ਆ ਵੀ ਇਹ ਉਹਦੇ ਘਰੇ ਗਿਆ ਰਾਤ ਨੂੰ ਲੇਟ। ਦਾ ਵਾਈਸ ਕਾਉਂਸਲ ਵਾਜ਼ ਇਨ ਅ ਟੈਂਸ ਮੂਡ, ਸੋਢੀ ਰੀਕਾਲਡ ਇਨ ਐਨ ਇੰਟਰਵਿਊ ਵਿਦ ਦੀ ਆਥਰਸ, ਯਾਨੀ ਕਿ ਵੀ ਜਿਹੜੇ ਕਿਤਾਬ ਦੇ ਆਥਰ ਨੇ ਇਹਨਾਂ ਨੇ ਸੋਢੀ ਦੇ ਨਾਲ ਔਨ ਦਾ ਰਿਕਾਰਡ ਗੱਲ ਕੀਤੀ ਆ ਇਸ ਮਸਲੇ ਬਾਰੇ। ਸੋ ਵਾਈਸ ਕਾਉਂਸਲ ਵਾਂਟਡ ਸੋਢੀ ਟੂ ਫੋਟੋਗ੍ਰਾਫ ਦਾ ਡੈਮੋਨਸਟ੍ਰੇਸ਼ਨ ਐਂਡ ਆਸਕਡ ਫॉर ਪਿਕਚਰਸ ਆਫ ਐਵਰੀ ਪਾਰਟੀਸਪੈਂਟ। ਜੀ ਦੇਖੋ ਹੁਣ ਉਹਨੂੰ ਕਮਿਸ਼ਨ ਕੀ ਦਿੱਤਾ ਭਈ ਤੂੰ ਜਿਹੜਾ ਮੁਜ਼ਾਹਰਾ ਆ ਉਹਦੀ ਫੋਟੋਗ੍ਰਾਫੀ ਕਰਨੀ ਆ ਤੇ ਉਹਦੇ ਵਿੱਚ ਕੱਲੇ ਬੰਦੇ ਦੀ ਜਿਹੜੀ ਫੋਟੋ ਆ ਵੀ ਉਹ ਮਤਲਬ ਇਹਦੇ ਕੋਲੇ ਲਿਸਟ ਹੋਵੇ ਭਾਰਤੀ ਹਾਈ ਕਮਿਸ਼ਨ ਕੋਲੇ ਵੀ ਕਿਹੜੇ ਬੰਦੇ ਸੀ ਵੀ ਜਿਨ੍ਹਾਂ ਨੇ ਡੈਮੋਨਸਟ੍ਰੇਸ਼ਨ ਜਿਹੜਾ ਮੁਜ਼ਾਹਰਾ ਸੀ ਉਹ 'ਚ ਭਾਗ ਲਿਆ। ਬਿਲਕੁਲ। ਹੁਣ ਇਹੀ ਤੁਸੀਂ ਇੱਥੇ ਦੇਖ ਲਓ ਭਾਈ ਵੀ ਜਿਹੜੇ ਆ ਕਿਸਾਨੀ ਮੋਰਚਿਆਂ ਦੇ ਹੱਕ ਦੇ ਵਿੱਚ ਮੁਜ਼ਾਹਰੇ ਹੋਏ ਆ ਜੀ, ਬਿਲਕੁਲ, ਵੀ ਤੁਹਾਡੀਆਂ ਵੀ ਸਾਰਿਆਂ ਦੀਆਂ ਫੋਟੋਆਂ ਹਾਈ ਕਮਿਸ਼ਨ ਦੇ ਕੋਲੇ ਪਈਆਂ। ਤੁਸੀਂ ਸਾਰਾ ਜਿਹੜਾ ਆ ਹਿਸਾਬ ਲਾ ਲਓ ਭਈ ਇਹ ਕੀ ਚੱਲ ਰਿਹਾ ਹੈ। ਬਿਲਕੁਲ। ਜਿੰਨਾ ਮਰਜ਼ੀ ਤੁਸੀਂ ਭਾਰਤ ਦੇ ਹੱਕ ਦੇ ਵਿੱਚ ਜਾਂ ਜੋ ਮਰਜ਼ੀ ਕਰੀ ਚੱਲੋ ਭਈ ਜਦੋਂ ਤੁਹਾਡੇ ਆਪ ਸੇਕ ਲੱਗਦਾ ਆ ਤੇ ਜੇ ਤੁਸੀਂ ਸੀ ਵੀ ਕੀਤੀ ਤੇ ਹਾਈ ਕਮਿਸ਼ਨ ਕਹਿੰਦਾ ਨਾ ਤੈਨੂੰ ਹੱਕ ਨਹੀਂਗਾ ਸੀ ਵੀ ਕਰਨੇ ਦਾ, ਤੂੰ ਗੁਲਾਮੀ ਕਰ, ਬਸ ਗੁਲਾਮੀ ਕਰ। ਸੋ ਇਸ ਕਰਕੇ ਵੀ ਭਾਈ ਸੋਚ ਵਿਚਾਰ ਕੇ ਹੀ ਵੀ ਭਾਰਤੀ ਪੱਖ ਦਾ ਜਿਹੜਾ ਹੈਗਾ ਨਾ ਜਦੋਂ ਤੁਸੀਂ ਲੈਨੇ ਆ ਜੀ ਭਈ ਉਹ ਧਿਆਨ ਨਾਲ ਹੀ ਲਓ, ਕਿਉਂਕਿ ਉਹਨਾਂ ਲਈ ਤੁਸੀਂ ਗੁਲਾਮਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ। ਬਿਲਕੁਲ ਬਿਲਕੁਲ। ਸੋ ਇਹ ਚੀਜ਼ ਦਿਮਾਗ 'ਚ ਰੱਖਿਓ। So he wanted Sodhi to photograph the demonstration and asked for pictures of every participant. Sodhi accepted the job, thinking it would be a good opportunity for his teenage sons to gain some experience in photojournalism. So ਉਹਨੂੰ ਸੀਗਾ ਵੀ 3 ਜਣੇ ਹੋ ਜਾਣਾ ਸੀ ਭਈ ਨਾਲ ਮੇਰੇ ਮੁੰਡਿਆਂ ਕੋਲੇ ਕੈਮਰੇ ਹੋਣੇ, ਨਾਲ ਮੇਰੇ ਕੋਲੇ ਕੈਮਰੇ ਹੋਣਾ ਤੇ ਆਪਾਂ ਜਾ ਕੇ ਦੇਖੇ ਵੀ ਸਾਰੀਆਂ ਜਿਹੜੀਆਂ ਫੋਟੋ ਖਿੱਚ ਲੈਣੀਆਂ। Immediately after the demonstration, Sodhi telephoned Ahluwalia from a payphone and asked if he knew what had happened. So ਵੀ ਮਤਲਬ ਸੋਢੀ ਨੂੰ ਹੁਣ ਪਹਿਲੀ ਗੱਲ ਹੀ ਮਤਲਬ ਇਹ ਸੁੱਝੀ ਵੀ ਮੈਂ ਇਹਨੂੰ ਫੋਨ ਕਰਕੇ ਪੁੱਛਾਂ ਵੀ ਤੈਨੂੰ ਪਤਾ ਵੀ ਕੀ ਹੋ ਰਿਹਾ ਉੱਥੇ। ਹਾਂਜੀ। ਉਹ ਆਪਣੇ ਵੱਲੋਂ ਭਾਵੇਂ ਵੀ ਇਹ ਵੀ ਚੰਗਾ ਬਣਨ ਲਈ ਜਾਂ ਜਿਵੇਂ ਵੀ ਉਹ ਆਹਲੂਵਾਲੀਆ ਨੂੰ ਖਬਰ ਦੇਣ ਲੱਗਿਆ ਜੀ। The vice consul said yes, he had watched from the consulate's office window. ਉਹ ਕਹਿੰਦਾ ਮੈਨੂੰ ਸਭ ਕੁਝ ਪਤਾ ਕੀ ਹੋ ਰਿਹਾ ਕਿਉਂਕਿ ਮੈਂ ਉੱਤੋਂ ਤੱਕ ਹੀ ਥਾਣੀ ਸਭ ਕੁਝ ਵੇਖਦਾ ਪਿਆ। In a rage, Sodhi asked Ahluwalia if he had been aware that there would be trouble. So ਉਹ ਗੁੱਸੇ ਵਿੱਚ ਫਿਰ ਸੋਢੀ ਉਹਨੂੰ ਕਹਿੰਦਾ ਆਹਲੂਵਾਲੀਆ ਨੂੰ ਵੀ ਤੈਨੂੰ ਪਤਾ ਸੀਗਾ ਵੀ ਇੱਥੇ ਆ ਇਦਾਂ ਦੰਗਾ ਫਸਾਦ ਹੋਣਾ ਜੀ। ਆਹਲੂਵਾਲੀਆ replied that he had known everything. Okay. So ਆਹਲੂਵਾਲੀਆ ਨੇ ਕਿਹਾ ਮੈਨੂੰ ਸਭ ਕੁਝ ਪਤਾ ਹੈ ਕਿਉਂਕਿ ਆਪਾਂ ਪਿੱਛੇ ਪੜ੍ਹ ਆਏ ਨਾ ਵੀ ਇੱਕ ਤੇ ਇਹ ਵੀ ਜਿਹੜੇ ਮੁਜ਼ਾਹਰਾ ਕਰ ਰਹੇ ਸੀਗੇ ਜੀ ਉਹਨਾਂ ਨੇ ਜਿਹੜੇ ਵਿਰੋਧੀ ਧਿਰ ਵਾਲੇ ਗਰੁੱਪ ਸੀਗੇ ਉਹਨਾਂ ਨੂੰ ਇਨਵਾਈਟ ਹੀ ਨਹੀਂ ਕੀਤਾ ਮੁਜ਼ਾਹਰੇ ਦੇ ਵਿੱਚ ਹਿੱਸਾ ਲੈਣ ਲਈ। ਵਿਰੋਧੀ ਧਿਰ ਜਿਹੜੀ ਆ ਉਹ ਨਾ ਸਿਰਫ ਉੱਥੇ ਆ ਗਈ ਜੀ ਬਲਕਿ ਆਉਣ ਤੋਂ ਪਹਿਲਾਂ ਆਪ ਹੀ ਖਬਰ ਵੀ ਪਹੁੰਚਾਤੀ ਦੂਜੇ ਧਿਰ ਨੂੰ ਜਿਹੜੇ ਮੁਜ਼ਾਹਰਾ ਕਰ ਰਹੇ ਸੀਗੇ ਵੀ ਇੱਦਾਂ ਉਹਨਾਂ ਨੇ ਖਲਲ ਪਾਉਣ ਲਈ ਆਉਣਾ, ਜਿਹਦੇ ਕਰਕੇ ਵੀ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਸੀ ਉਹਨਾਂ ਨੇ ਨਾਲ ਪਿਸਤੌਲਾਂ ਲੈ ਆਂਦੀਆਂ। ਸੋ ਮਤਲਬ ਵੀ ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਮੈਨੀਪੂਲੇਟ ਕੀਤਾ ਗਿਆ, ਇੱਦਾਂ ਕਠਪੁਤਲੀਆਂ ਵਾਂਗ ਜਿਹੜਾ ਵੀ ਉਹ ਵਰਤਿਆ ਜਾਂਦਾ ਜੀ। ਸੋ ਅੱਗੇ ਫਿਰ ਉਹ ਲਿਖਦੇ ਨੇ ਵੀ ਉਹ ਕਹਿੰਦਾ ਵੀ ਮੈਂ ਗੁੱਸੇ ਦੇ ਵਿੱਚ ਫਿਰ ਉਹਨੂੰ ਕਿਹਾ, ਉਹ ਤੋਂ ਪੁੱਛਿਆ ਵੀ ਤੈਨੂੰ ਪਤਾ ਸੀ ਵੀ ਇੱਦਾਂ ਦੰਗਾ ਫਸਾਦ ਹੋਣਾ? ਉਹ ਕਹਿੰਦਾ ਮੈਨੂੰ ਸਭ ਕੁਝ ਪਤਾ ਸੀ ਆਹਲੂਵਾਲੀਆ ਕਹਿੰਦਾ ਜੀ। ਤੇ ਅੱਗੇ ਸੋਢੀ ਉਹਨਾਂ ਨੂੰ ਕਹਿੰਦਾ ਫਿਰ ਜਿਹੜੇ ਇਹ ਲੇਖਕ ਨੇ ਇਹਨਾਂ ਨੂੰ ਕਹਿੰਦਾ ਆਈ ਸੈਡ ਯੂ ਨਿਊ ਦੇਅਰ ਵਾਜ਼ ਗੋਇੰਗ ਟੂ ਬੀ ਸ਼ੂਟਿੰਗ ਐਂਡ ਯੂ ਡਿਡ ਨਾਟ ਵਾਰਨ ਮੀ। ਤੇ ਆਹਲੂਵਾਲੀਆ ਨੇ ਅੱਗੇ ਜਵਾਬ ਦਿੱਤਾ ਲੈਟਸ ਨਾਟ ਟਾਕ ਔਨ ਦਾ ਫੋਨ, ਕਮ ਅਪ। ਠੀਕ ਹੈ। ਸੋ ਮਤਲਬ ਵੀ ਜਦੋਂ ਉਹਨੇ ਕਿਹਾ ਸੋਢੀ ਨੇ ਗੁੱਸੇ 'ਚ ਵੀ ਇਹ ਵੀ ਤੈਨੂੰ ਪਤਾ ਹੈਗਾ ਸਭ ਕੁਝ ਵੀ ਫੇਰ ਵੀ ਤੂੰ ਮੈਨੂੰ ਨਹੀਂ ਚੇਤਾਵਨੀ ਦਿੱਤੀ, ਮੈਨੂੰ ਵਾਰਨਿੰਗ ਨਹੀਂ ਦਿੱਤੀ ਵੀ ਏਦਾਂ ਉੱਥੇ ਗੋਲੀ ਵੀ ਚੱਲ ਸਕਦੀ ਹੈ ਜੇ ਦੰਗਾ ਫਸਾਦ ਹੋ ਸਕਦਾ ਜੀ। ਤੇ ਉਹ ਅਖੇ ਕਹਿੰਦਾ ਵੀ ਨਾ ਫੋਨ ਤੇ ਗੱਲਾਂ ਕਰਨ ਵਾਲੀਆਂ ਨਹੀਂ ਆ ਵੀ ਉੱਪਰ ਆ ਜਾ ਆਪਾਂ ਬਹਿ ਕੇ ਗੱਲ ਕਰਦੇ ਹਾਂ ਜੀ। ਲੇਟਰ ਦੈਟ ਆਫਟਰਨੂਨ ਸੋਢੀ ਵੈਂਟ ਟੂ ਦੀ ਕੌਂਸੂਲੇਟ ਐਂਡ ਲੈਸ਼ਡ ਆਊਟ ਐਟ ਆਹਲੂਵਾਲੀਆ ਐਂਡ ਕੌਂਸਲ ਜਨਰਲ PN ਸੋਨੀ for endangering not only his own life but those of his two sons. ਤੇ ਉਸ ਕਹਿੰਦਾ ਦੁਪਹਿਰ ਨੂੰ ਫਿਰ ਸੋਢੀ ਜਿਹੜਾ ਆ ਵੀ ਉਹ ਉੱਥੇ ਕੌਂਸੂਲੇਟ ਦੇ ਅੰਦਰ ਗਿਆ ਜੀ ਤੇ ਉੱਥੇ ਉਹਨੇ ਇਹਦੇ ਨਾਲ ਵੀ ਇਹ ਵੀ ਤੱਤੀ ਠੰਡੀ ਕੀਤੀ ਆਹਲੂਵਾਲੀਆ ਨਾਲ ਵੀ ਤੇ ਜਿਹੜਾ ਕੌਂਸਲ ਸੀਗਾ PN ਸੋਨੀ ਜੀ ਉਹਦੇ ਨਾਲ ਵੀ ਜੀ।
ਵੀ ਇਹਨਾਂ ਦੀਆਂ ਹਰਕਤਾਂ ਕਰਕੇ ਵੀ ਉਹਦੀ ਦਤਿੰਦਰ ਸੋਢੀ ਦੀ ਆਪਣੀ ਲਾਈਫ ਤੇ ਉਹਦੇ 2 ਮੁੰਡਿਆਂ ਦੀ ਲਾਈਫ ਜਿਹੜੀ ਆ ਵੀ ਉਹ ਵੀ ਖਤਰੇ ਦੇ ਵਿੱਚ ਪਈ, ਨਹੀਂ ਤਾਂ ਉਹਨੇ ਘਰੇ ਬੈਠੇ ਹੋਣਾ। ਬਿਲਕੁਲ। ਸੋ ਵੈਨ ਸੋਨੀ ਡਿਨਾਈਡ ਐਨੀ ਇਨਵੋਲਵਮੈਂਟ, ਜਦੋਂ ਸੋਨੀ ਜਿਹੜਾ ਕੌਂਸਲ ਜਨਰਲ ਆ PN ਸੋਨੀ, ਜਦੋਂ ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਹੀ ਕੁਝ ਨਹੀਂ, ਸੋਢੀ ਐਂਗਰੀਲੀ ਰਿਪਲਾਈਡ ਇਫ ਯੂ ਡਿਡਨਟ ਨੋ ਵਾਈ ਵਾਜ਼ ਦੇਅਰ ਸਚ ਐਨ ਅਰਜੈਂਸੀ ਦੈਟ ਦਵਿੰਦਰ ਕਮਸ ਓਵਰ ਐਟ ਨਾਈਟ ਐਂਡ ਰਿਕੁਐਸਟਸ ਫੋਟੋਗ੍ਰਾਫਸ। ਸੋ ਹੁਣ ਉਹਦੇ ਕੋਲੇ ਵੀ ਜਵਾਬ ਆ ਜੀ। ਉਹ ਕਹਿੰਦਾ ਵੀ ਜੇ ਸੋਨੀ ਨੂੰ ਉਹ ਕਹਿੰਦਾ ਵੀ ਜੇ ਤੈਨੂੰ ਪਤਾ ਹੀ ਨਹੀਂ ਤੇ ਫਿਰ ਜਿਹੜਾ ਇਹ ਆਹਲੂਵਾਲੀਆ ਆ ਵੀ ਇਹ ਇੰਨੀ ਰਾਤ ਗਏ ਵੀ ਮੇਰੇ ਘਰੇ ਆ ਕੇ ਤੇ ਮੇਰੇ ਤੋਂ ਫੋਟੋਗ੍ਰਾਫ ਕਾਹਦੀਆਂ ਮੰਗ ਰਿਹਾ ਸੀਗਾ। ਬਿਲਕੁਲ। ਵੀ ਫੋਟੋ ਏਦਾਂ ਖਿੱਚ ਕੇ ਤੇ ਮੈਨੂੰ ਦਈ। ਸੋਢੀ ਸਟਾਂਪਡ ਆਊਟ ਆਫ ਦੀ ਆਫਿਸ ਰਿਫਿਊਜ਼ਿੰਗ ਟੂ ਹੈਂਡ ਓਵਰ ਦਾ ਫਿਲਮ ਟੂ ਆਹਲੂਵਾਲੀਆ। ਤੇ ਸੋਢੀ ਉੱਥੋਂ ਕਹਿੰਦਾ ਵੀ ਇਹ ਵੀ ਚਲ ਗਿਆ ਗੁੱਸੇ ਦੇ ਵਿੱਚ ਜੀ, ਤੇ ਉਹਨੇ ਜਿਹੜੀਆਂ ਫੋਟੋ ਖਿੱਚੀਆਂ ਸੀਗੀਆਂ ਉਹ ਆਹਲੂਵਾਲੀਆ ਨੂੰ ਦੇਣ ਤੋਂ ਸਾਫ਼ ਨਾ ਕਰਤੀ। He also refused to heed Ahluwalia's demand to keep the film away from Metro Police and the media। ਠੀਕ ਹੈ ਜੀ। ਯਾਨੀ ਕਿ ਵੀ ਜਿਹੜੇ ਉਹਨਾਂ ਦੇ ਆਪਣੇ ਬੰਦੇ ਆ, ਜਿਹੜੇ ਉਹਨਾਂ ਦੇ ਹੱਥ ਠੋਕੇ ਆ, ਕੁਛ ਤੇ ਜਿਹੜੇ ਨਾ ਵੀ ਕਠਪੁਤਲੀਆਂ ਬਣਾਈਆਂ ਜੀ ਜੀ ਵੀ ਜਿਹਨਾਂ ਨੂੰ ਮੈਨੀਪੂਲੇਟ ਹੀ ਕਰ ਰਹੇ ਆ, ਕੁਛ ਹੈਗੇ ਆ ਵੀ ਜਿਨ੍ਹਾਂ ਰਾਹੀਂ ਮੈਨੀਪੂਲੇਟ ਕੀਤਾ ਜਾ ਰਿਹਾ। ਬਿਲਕੁਲ। ਸੋ ਉਹਨਾਂ ਦੀ ਪਛਾਣ ਨਾ ਹੋ ਸਕੇ, ਇਸ ਕਰਕੇ ਵੀ ਉਹ ਫੋਟੋਆਂ ਜਿਹੜੀਆਂ ਪੁਲਿਸ ਤੋਂ ਦੂਰ ਰੱਖਣੀਆਂ ਜ਼ਰੂਰੀ, ਮੀਡੀਆ ਤੋਂ। ਸੋ ਉਹ ਕਹਿੰਦਾ ਵੀ ਆਹਲੂਵਾਲੀਆ ਨੇ ਉਹਨੂੰ ਚੇਤਾਵਨੀ ਦਿੱਤੀ ਵੀ ਇਹ ਜਿਹੜੀ ਫਿਲਮ ਆ ਵੀ ਇਹ ਨਾ ਮੈਟਰੋ ਪੁਲਿਸ ਨੂੰ ਦਈ ਤੇ ਨਾ ਮੀਡੀਆ ਨੂੰ ਦਈ। ਹੀ ਸੋਲਡ ਦਾ ਫੋਟੋਜ਼ ਟੂ ਦਾ ਟੋਰਾਂਟੋ ਸਟਾਰ। ਉਹਨੇ ਸੋਢੀ ਨੇ ਚੱਕ ਕੇ ਤੇ ਜਿਹੜੀ ਫਿਲਮ ਸੀਗੀ ਉਹ ਟੋਰਾਂਟੋ ਸਟਾਰ ਅਖਬਾਰ ਚੱਲਦਾ ਉੱਥੇ ਵੀ ਉਹਨੂੰ ਦੇ ਦਿੱਤੀ। ਬਾਏ ਦਾ ਟਾਈਮ ਹੀ ਰੀਚਡ ਹਿਸ ਵਿਲੋਡੇਲ ਹੋਮ ਨਾਟ ਫਾਰ ਫਰੋਮ ਆਹਲੂਵਾਲੀਆਜ਼ ਅਪਾਰਟਮੈਂਟ ਹੀ ਡਿਸਕਵਰਡ ਅ ਫੇਵਰੇਟ ਕਾਉਂਸਲਰ ਪੀਸ ਆਫਰਿੰਗ ਇਨਸਾਈਡ ਹਿਸ ਫਰੰਟ ਡੋਰ, ਅ ਕੇਸ ਆਫ 12 bottles ਆਫ ਐਕਸਪੈਂਸਿਵ ਸ਼ਿਵਾਜ਼ ਰੀਗਲ ਸਕਾਚ। ਯਾਨੀ ਕਿ ਹੁਣ ਮਤਲਬ ਤੁਸੀਂ ਇਹ ਵੇਖੋ ਵੀ ਕਿੱਦਾਂ ਉਹ ਬੰਦਿਆਂ ਨੂੰ ਖਰੀਦਦੇ ਸੀਗੇ ਤੇ ਕਿੱਦਾਂ ਆਖੇ ਵੀ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਪਾ ਕੇ ਤੇ ਹੋਰ ਸਾਰਾ ਜਿਹੜਾ ਵੀ ਅੰਗਰੇਜ਼ਾਂ ਦੇ ਟਾਈਮ ਦਾ ਜਿਹੜਾ ਬਣਾਇਆ ਹੋਇਆ ਸਿਸਟਮ ਸੀਗਾ ਵੀ ਉਹ ਕਿੱਦਾਂ ਜਿਹੜੀ 47 ਤੋਂ ਬਾਅਦ ਵਾਲੀ ਆਜ਼ਾਦ ਸਰਕਾਰ ਸੀ ਵੀ ਉਹ ਕਿੱਦਾਂ ਵਰਤਦੀ ਸੀ। ਉਹ ਕਹਿੰਦੇ ਵੀ ਜਦੋਂ ਸੋਢੀ ਆਪਣੇ ਘਰੇ ਪਹੁੰਚਿਆ ਤੇ ਉਹਦੇ ਦਰਵਾਜ਼ੇ ਦੇ ਕੋਲ ਵੀ 12 ਬੋਤਲਾਂ ਜਿਹੜੀਆਂ ਆ ਸ਼ਿਵਾਜ਼ ਰੀਗਲ ਖਾਸੀ ਮਹਿੰਗੀ ਇਹ ਜਿਹੜੀ ਸ਼ਰਾਬ ਆ ਵੀ ਉਹਦੀਆਂ 12 ਬੋਤਲਾਂ ਦਾ ਪੈਕਟ ਜਿਹੜਾ ਆ ਵੀ ਉਹ ਪਿਆ ਜੀ। He sent the gift back to Ahluwalia's apartment ਤੇ ਉਹਨੇ ਸੋਢੀ ਨੇ ਵਾਪਸ ਕਰ ਦਿੱਤਾ ਜਿਹੜਾ ਗਿਫਟ ਸੀਗਾ। Later Ahluwalia came over and begged and pleaded। There was no question, he knew what was going on। ਇਹ ਸਾਰੀ ਜਿਹੜੀ ਆ ਵੀ ਸੋਢੀ ਵੱਲੋਂ ਵਾਰਤਾ ਜਿਹੜੀ ਉਹ ਦੱਸੀ ਗਈ ਆ ਜੀ। ਉਹ ਕਹਿੰਦਾ ਵੀ ਇਹ ਵੀ ਦਵਿੰਦਰ ਸਿੰਘ ਆਹਲੂਵਾਲੀਆ ਆ ਵੀ ਉਹ ਤੋਂ ਬਾਅਦ ਵੀ ਮੇਰੇ ਕੋਲ ਆਇਆ ਤੇ ਮੇਰੀਆਂ ਮਿੰਨਤਾਂ ਤਰਲੇ ਕੀਤੇ ਤੇ ਕਹਿੰਦਾ ਵੀ ਇਹ ਵੀ ਇਹ 'ਚ ਕੋਈ ਸ਼ੱਕ ਨਹੀਂ ਰਿਹਾ ਉਹ ਤੋਂ ਬਾਅਦ ਵੀ ਉਹਨੂੰ ਸਭ ਕੁਝ ਪਤਾ ਸੀ ਵੀ ਕੀ ਹੋ ਰਿਹਾ। ਯਾਨੀ ਕਿ ਉਹਨੂੰ ਪੂਰੀ ਕੱਲੀ ਚੀਜ਼ ਦੀ ਜਾਣਕਾਰੀ ਸੀਗੀ ਵੀ ਉੱਥੇ ਕੀ ਹੋਣਾ ਜੀ। ਇੱਥੋਂ ਹੀ ਪਤਾ ਲੱਗ ਜਾਂਦਾ ਵੀ ਮਤਲਬ ਵੀ ਕਿਸ ਹੱਦ ਤੱਕ ਵੀ ਸਾਨੂੰ ਕਠਪੁਤਲੀਆਂ ਵਾਂਗ ਨਚਾਇਆ ਜਾਂਦਾ। ਬਿਲਕੁਲ। ਜਿਹੜੇ ਖੱਪ ਗ੍ਰੇਡ ਨੇ ਵੀ ਇਹ ਅੰਦਾਜ਼ਾ ਲਾ ਲੈਣ ਵੀ ਭਾਈ ਵੀ ਜਿੱਦਾਂ 2 ਧਿਰਾਂ ਜਿਹੜੀਆਂ ਦੀ ਇੱਥੇ ਗੱਲ ਹੋ ਰਹੀ ਨਾ ਵੀ ਮੁਜ਼ਾਹਰਾ ਹੋਇਆ ਤੇ ਮੁਜ਼ਾਹਰੇ ਦੇ ਜਿਹੜੇ ਹੱਕ 'ਚ ਭੁਗਤਣੇ ਵਾਲੇ ਸੀਗੇ ਇੱਕ ਗਰੁੱਪ ਉਹ ਬਣਾਤਾ ਤੇ ਇੱਕ ਜਿਹੜਾ ਸੀਗਾ ਮੁਜ਼ਾਹਰਾ ਕਰਨੇ ਵਾਲਾ ਇੱਕ ਉਹ ਬਣਾਤਾ। ਇਹ ਆਪ ਦੇਖ ਲੈਣ ਵੀ ਇਹ ਕਿਹੜੇ ਧਿਰ ਆ। ਜਦੋਂ ਕਿਸਾਨੀ ਮੋਰਚਾ ਲੱਗ ਰਿਹਾ ਆ ਤੇ ਇਹ ਇਹਨਾਂ ਦੀ ਧਿਰ ਜਿਹੜੀ ਆ ਵੀ ਉਹ ਕਿੰਨ ਤਿਆਰ ਕੀਤੀ ਆ, ਇਹਨਾਂ ਨੂੰ ਵੀ ਕਠਪੁਤਲੀਆਂ ਵਾਂਗ ਨਚਾਇਆ ਗਿਆ। ਬਿਲਕੁਲ ਬਿਲਕੁਲ। So he asked me not to give the pictures to the police or papers, only to him। ਉਹ ਫਿਰ ਆਹਲੂਵਾਲੀਆ ਇਹੀ ਜ਼ੋਰ ਲਾ ਰਿਹਾ ਵੀ ਕਿਸੇ ਨੂੰ ਨਾ ਦਈ ਇਹ ਫੋਟੋਆਂ ਵੀ ਮੇਰੇ ਤੋਂ ਇਲਾਵਾ ਵੀ ਨਾ ਪੁਲਿਸ ਨੂੰ ਨਾ ਕਿਸੇ ਪੇਪਰ ਨੂੰ। We did not meet too much after that। I was really mad, ਸੋਢੀ said। ਸੋਢੀ ਕਹਿੰਦਾ ਫਿਰ ਵੀ ਦਤਿੰਦਰ ਸਿੰਘ ਸੋਢੀ ਵੀ ਇਹ ਵੀ ਮੈਂ ਉਹ ਤੋਂ ਬਾਅਦ ਵੀ ਉਹਦੇ ਨਾਲ ਮਿਲਣਾ ਕਰਨਾ ਜਿਹੜਾ ਵੀ ਬਹੁਤ ਘਟਾਤਾ ਵੀ ਕਦੇ ਕਿਤਾਈ ਤੇ ਕਿਉਂਕਿ ਮੈਨੂੰ ਗੁੱਸਾ ਬਹੁਤ ਸੀ ਉੱਤੇ ਜੀ। ਸੋ ਆਫਟਰ ਪਿਕਿੰਗ ਅਪ ਪੀਸਿਸ ਆਫ ਇਨਫੋਰਮੇਸ਼ਨ ਫਰੋਮ ਟਰਸਟਵਰਦੀ ਸੋਰਸਿਸ ਵਿਦਨ ਦਾ ਸਿੱਖ ਕਮਿਊਨਿਟੀ, ਪੁਲਿਸ ਬਿਕੇਮ ਸਸਪੀਸ਼ੀਅਸ ਆਫ ਆਹਲੂਵਾਲੀਆਜ਼ ਮੋਟਿਵ ਫॉर ਵਾਰਨਿੰਗ them of the possibility of violence at the demonstration। Soon their suspicions grew into a firm conviction that the violence had been triggered by the council officials। ਹੁਣ ਇੱਥੋਂ ਭਾਈ ਵੀ ਅੰਦਾਜ਼ਾ ਲਾ ਲਓ, ਖਾਸ ਤੌਰ ਤੇ ਵੀ ਜਿਹੜੇ ਢੱਗੇ ਨਾ ਬੈਠੇ ਹੋਏ ਇਹ ਦਿਮਾਗ ਆਪਣਾ ਜਿਹੜਾ ਆ ਵੀ ਸਰਕਾਰੀ ਖਾਜਾ ਖਾ ਕੇ ਤੇ ਗੋਬਰ ਹੋਇਆ ਬਿਲਕੁਲ ਭਈ ਉਹਦੇ ਵਿੱਚੋਂ ਜਿਹੜੇ ਇਹ ਕਹਿੰਦੇ ਆ ਭਈ ਦੋਵੇਂ ਪਾਸੇ ਸਿੱਖ ਹੀ ਸੀਗੇ। ਹਾਂ ਜਿਹੜੇ ਨਾ ਵੀ ਸਿਆਣੇ ਬੰਦੇ ਜਿਹੜੇ ਆ ਵੀ ਉਹ ਇੱਦਾਂ ਆਖੇ ਵੀ ਜਿਹੜਾ ਪਿੱਛੇ
ਦੁਸ਼ਮਣ ਦਾ ਹੱਥ ਹੁੰਦਾ ਵੀ ਉਹਨੂੰ ਪਛਾਣ ਲੈਂਦੇ। ਬਿਲਕੁਲ ਜੀ, ਬਿਲਕੁਲ। ਵੀ ਆਫਟਰ ਪਿਕਿੰਗ ਅਪ ਪੀਸਿਸ ਆਫ ਇਨਫੋਰਮੇਸ਼ਨ ਫਰੋਮ ਟਰਸਟਵਰਦੀ ਸੋਰਸਿਸ ਵਿਦਨ ਦਾ ਸਿੱਖ ਕਮਿਊਨਿਟੀ, ਵੀ ਜਿਹੜੇ ਸਿੱਖ ਕਮਿਊਨਿਟੀ ਦੇ ਅੰਦਰ ਵੀ ਵਿਸ਼ਵਾਸ ਵਾਲੇ ਜਿਹੜੇ ਬੰਦੇ ਸੀਗੇ ਜੀ, ਉਹਨਾਂ ਤੋਂ ਜਦੋਂ ਇਨਫੋਰਮੇਸ਼ਨ ਉਹਨਾਂ ਨੇ ਸਾਰੀ ਇਕੱਠੀ ਕੀਤੀ ਆ ਪੁਲਿਸ ਵਾਲਿਆਂ ਨੇ, ਤੇ ਉਹ ਇਨਫੋਰਮੇਸ਼ਨ ਫਿਰ ਜਦੋਂ ਵੀ ਜਿਹੜੀਆਂ ਕੜੀਆਂ ਸੀਗੀਆਂ ਵੀ ਉਹ ਜੋੜ ਕੇ ਵੇਖੀਆਂ ਜੀ, police became suspicious of Ahluwalia's motive for warning them of the possibility of violence at the demonstration। ਜੀ, ਉਹ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇਹ ਸ਼ੱਕ ਹੋਣ ਲੱਗਿਆ ਵੀ ਜੋ ਉਹ ਦੇ ਰਿਹਾ ਸੀ ਚੇਤਾਵਨੀ ਆਹਲੂਵਾਲੀਆ, ਵੀ ਮੈਨੂੰ ਸ਼ੱਕ ਆ ਵੀ ਇੱਥੇ ਜਿਹੜਾ ਮੁਜ਼ਾਹਰਾ ਹੋਣਾ ਵੀ ਉਹਦੇ ਵਿੱਚ ਵੀ ਹਿੰਸਾ ਵੀ ਹੋ ਸਕਦੀ ਆ। ਫਿਰ ਉਹ ਉਸ ਦੇ ਉੱਤੇ ਸ਼ੱਕ ਕਰਨ ਲੱਗੇ ਵੀ ਉਹ ਕਿਉਂ ਇਹ ਕਹਿ ਰਿਹਾ। ਤੇ ਉਹ ਤੋਂ ਬਾਅਦ ਉਹ ਕਹਿੰਦੇ ਵੀ soon their suspicions grew into a firm conviction that the violence had been triggered by consular officials। ਉਹ ਤੋਂ ਬਾਅਦ ਉਹਨਾਂ ਦਾ ਜਿਹੜਾ ਸ਼ੱਕ ਸੀਗਾ ਉਹ ਯਕੀਨ ਦੇ ਵਿੱਚ ਬਦਲ ਗਿਆ ਵੀ ਇਹ ਜਿਹੜੀ ਸਾਰੀ ਜਿਹੜੀ ਹਿੰਸਾ ਹੋਈ ਆ ਵੀ ਇਹ ਸਾਰੀ ਦੀ ਸਾਰੀ ਜਿਹੜੇ ਕੌਂਸਲ ਦੇ ਆਪਣੇ ਅਫਸਰ ਆ ਉਹਨਾਂ ਦੇ ਵੱਲੋਂ ਸਾਰੀ ਜਿਹੜੀ ਆ ਵੀ ਉਹ ਕਰਵਾਈ ਗਈ। ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਆ ਵੀ ਇਹ ਧਿਆਨ 'ਚ ਰੱਖਣੇ ਵਾਲਾ ਸਾਡੇ ਲਈ ਜੀ, ਭਈ ਅਜੇ ਵੀ ਉਹ ਚੀਜ਼ਾਂ ਜਿਹੜੀਆਂ ਵੀ ਬਦਲੀਆਂ ਨਹੀਂ, ਖਤਮ ਨਹੀਂ ਹੋਈਆਂ, ਸਾਰਾ ਕੁਝ ਉਦਾਂ ਹੀ ਚੱਲ ਰਿਹਾ। ਜਿਹੜੇ ਕਹਿ ਲਓ ਭਈ ਖਿਡਾਰੀ ਨੇ ਜਾਂ ਜਿਹੜੇ ਡਰਾਮੇ ਦੇ ਕਿਰਦਾਰ ਨੇ ਉਹ ਬਦਲ ਗਏ ਸਿਰਫ। ਜੀ, ਬਿਲਕੁਲ। ਪਰ ਜਿਹੜੇ ਟੀਚੇ ਨੇ ਤੇ ਜਿਹੜੀ ਪਲੇ ਬੁੱਕ ਆ ਉਹ ਉਦਾਂ ਦੀ ਉਦਾਂ ਉਹੀ ਵਰਤੀ ਜਾ ਰਹੀ ਹੈ। ਬਿਲਕੁਲ ਜੀ, ਬਿਲਕੁਲ। On the morning of the demonstration, the investigators learnt Ahluwalia, accompanied by Consul General Soni, went to a temple in York Mills that housed one of the smaller Sikh congregations in Toronto। ਸੋ ਉਹ ਗੁਰਦੁਆਰੇ ਗਏ ਵੀ ਜਿਹੜਾ ਛੋਟਾ ਜਿਹਾ ਕੋਈ ਗੁਰਦੁਆਰਾ ਯਾਰਕ ਮਿਲਸ ਦੇ ਵਿੱਚ ਜੀ, ਤੇ ਜਿਹਦੇ ਵਿੱਚ ਵੀ ਬਹੁਤ ਛੋਟੀ ਜੀ ਇੱਕ ਸਿੱਖ ਜਿਹੜੀ ਸੰਗਤ ਆ ਵੀ ਉਹ ਗੁਰਦੁਆਰਾ ਜਿਹੜਾ ਚਲਾ ਰਹੀ ਹੈ ਜੀ। ਔਰ ਉਹ ਆਪਾਂ ਵੀ ਦੇਖਦੇ ਹਾਂ ਇੱਥੇ ਵੀ ਇੱਕ ਵੱਡੇ ਗੁਰਦੁਆਰੇ ਆ, ਇੱਕ ਛੋਟੇ ਗੁਰਦੁਆਰੇ ਆ। ਕਈ ਵਾਰੀ ਤੇ ਕਾਗਜ਼ਾਂ ਦੇ ਵਿੱਚ ਕੋਈ ਗੁਰਦੁਆਰਾ ਹੁੰਦਾ ਵੀ ਜਿਹਦਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਭਈ ਇਹ ਗੁਰਦੁਆਰਾ ਆ। ਸੋ ਉਹੋ ਜਿਹੇ ਦੇ ਕਿਸੇ ਵੀ ਆਹਲੂਵਾਲੀਆ ਨਾਲ ਆਪਣੇ ਸੋਨੀ ਜਿਹੜਾ PN ਸੋਨੀ ਸੀਗਾ ਕੌਂਸਲ ਜਨਰਲ ਵੀ ਉਹਨੂੰ ਲੈ ਕੇ ਤੇ ਉੱਥੇ ਗਿਆ ਜੀ। There they met with a group of anti-separatist Sikhs and filled their heads with stories of impending violence at the upcoming demonstration। ਠੀਕ ਹੈ ਜੀ। ਲਓ ਵੀ ਜਿੱਦਣ ਡੈਮੋਨਸਟ੍ਰੇਸ਼ਨ ਜਿੱਦਣ ਮੁਜ਼ਾਹਰਾ ਹੋਣਾ ਸੀਗਾ ਜੀ, ਉਸ ਸਵੇਰ ਨੂੰ ਇਹ ਬੰਦੇ ਦੋ ਜਿਹੜੇ ਆ ਵੀ ਉਹ ਛੋਟੇ ਉਸ ਗੁਰਦੁਆਰੇ ਦੇ ਵਿੱਚ ਗਏ ਤੇ ਜਿਹੜਾ ਕਿ ਉੱਥੇ ਵੀ ਮਤਲਬ ਉਹ ਗੁਰਦੁਆਰਾ ਓਬਵੀਅਸਲੀ ਵੀ ਜੇ ਇਹਨਾਂ ਦੀ ਮੀਟਿੰਗ ਕਰਵਾ ਰਿਹਾ ਆ ਜੀ, ਬਿਲਕੁਲ, ਤੇ ਉਹ ਇਹਨਾਂ ਦੇ ਨਾਲ ਦੇ ਬੰਦਿਆਂ ਦਾ ਹੀ ਚਲਾਇਆ ਹੋਇਆ। ਤੇ ਉਹਦੇ ਵਿੱਚ ਜਿਹੜੇ ਮੁਜ਼ਾਹਰੇ ਦੇ ਵਿਰੋਧ ਵਾਲੇ ਸਿੱਖ ਸੀਗੇ ਵੀ ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਕਹਾਣੀਆਂ ਪਾਤੀਆਂ ਵੀ ਉੱਥੇ ਤੇ ਵਾਇਲੈਂਸ ਹੋਣੀ ਆ, ਉੱਥੇ ਤੇ ਇੱਦਾਂ ਹੋਣਾ, ਉੱਥੇ ਤੇ ਉੱਦਾਂ ਹੋਣਾ। ਤੇ ਉਹ ਸਾਰਾ ਕੁਝ ਜਿਹੜਾ ਵੀ ਜਦੋਂ ਭਰ ਦਿੱਤਾ ਦਿਮਾਗ ਦੇ ਵਿੱਚ ਤੇ ਉਹ ਤੋਂ ਬਾਅਦ ਫਿਰ ਓਬਵੀਅਸ ਸੀਗਾ ਵੀ ਗਾਂ ਕੀ ਹੋਣਾ। ਬਿਲਕੁਲ। ਸੈਪਰੇਟਿਸਟ ਡੈਮੋਨਸਟ੍ਰੇਟਰਸ ਦਾ ਡਿਪਲੋਮੈਟ ਕਲੇਮਡ ਹੈਡ ਇਸ਼ੂਡ ਥ੍ਰੈਟਸ that they would be carrying arms and there would be shooting। ਸੋ ਮਤਲਬ ਵੀ ਜਿਹੜਾ ਵੀ ਅਫਵਾਹਾਂ ਫੈਲਾ ਕੇ ਦੋਵੇਂ ਪਾਸੇ ਵੀ ਇਹ ਇਹਨਾਂ ਨੇ ਤਰੀਕਾ ਜਿਹੜਾ 47 ਦੇ ਵਿੱਚ ਵੀ ਪੂਰੀ ਇਫੈਕਟਿਵਲੀ ਵਰਤਿਆ ਸੀ ਵੀ ਜਦੋਂ ਮੁਸਲਮਾਨਾਂ ਨੂੰ ਕਹਿ ਦਿੱਤਾ ਭਈ ਅੰਮ੍ਰਿਤਸਰੋਂ ਗੱਡੀ ਆਈ ਆ ਵੀ ਜਿਹੜੀ ਮੁਸਲਮਾਨ ਲਾਸ਼ਾਂ ਨਾਲ ਭਰੀ ਪਈ ਆ ਵੀ ਵੱਡੇ ਹੋਏ ਆ, ਟੁੱਕੇ ਹੋਏ ਆ, ਤੇ ਇੱਧਰ ਅੰਮ੍ਰਿਤਸਰ ਵਾਲੇ ਪਾਸੇ ਕਹਿ ਦਿੱਤਾ ਵੀ ਅਖੇ ਲਾਹੌਰੋਂ ਗੱਡੀ ਆਈ ਆ ਵੀ ਜਿਹਦੇ ਵਿੱਚ ਸਿੱਖ ਜਿਹੜੇ ਆ ਵੀ ਉਹ ਵੱਡੇ ਟੁੱਕੇ ਪਏ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹਦੇ ਨਾਲ ਐਸਾ ਭਾਂਬੜ ਮਚਿਆ ਭਈ ਜਿਹਨੇ ਵੀ ਜੋ ਇਹ ਆਪ ਨਹੀਂ ਨਾ ਕਹਿ ਸਕਦੇ ਭਈ ਜਿਹੜੇ ਸਿੱਖ ਆ ਤੇ ਹਿੰਦੂ ਆ ਵੀ ਉਹ ਆਪਣੇ ਘਰ ਜਿਹੜੇ ਆ ਵੀ ਉਹ ਛੱਡ ਕੇ ਤੇ ਸਾਰਾ ਕੁਝ ਜਿਹੜਾ ਵੀ ਇੱਧਰ ਆ ਜਾਓ ਜੀ, ਕਿਸੇ ਨੇ ਨਹੀਂ ਇਹ ਸਟੇਟਮੈਂਟ ਦਿੱਤੀ 47 ਵੇਲੇ ਜੀ। ਪਰ ਮਾਹੌਲ ਇਦਾਂ ਦਾ ਬਣਾ ਦਿੱਤਾ ਗਿਆ ਵੀ ਉਹਨਾਂ ਲਈ ਮਜਬੂਰੀ ਬਣ ਗਈ ਵੀ ਉਹ ਸਾਰਾ ਕੁਝ ਆਪਣਾ ਛੱਡ ਕੇ ਤੇ ਇੱਧਰ ਨੂੰ ਆ ਜਾਣ, ਮੁਸਲਮਾਨ ਇੱਧਰੋਂ ਛੱਡ ਕੇ ਸਾਰਾ ਕੁਝ ਉੱਧਰ ਚੱਲ ਜਾਣਗੇ। ਸੋ ਉਹ ਸਾਰਾ ਡਰਾਮਾ ਜਿਹੜਾ ਆ ਵੀ ਉਹ ਅਫਵਾਹਾਂ ਇੰਨੀਆਂ ਖਤਰਨਾਕ ਹੁੰਦੀਆਂ ਬਿਲਕੁਲ ਵੀ ਉਹੀ ਚੀਜ਼ਾਂ ਉਹ ਕਹਿ ਰਹੇ ਵੀ ਇੱਥੇ ਵੀ ਉਹਨਾਂ ਨੇ ਵੀ ਜਿਹੜੇ ਦੂਸਰੇ ਸੀਗੇ ਮੁਜ਼ਾਹਰਾ ਕਰਨੇ ਵਾਲੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਜਿਹੜੇ ਵਿਰੋਧੀ ਆ ਮੁਜ਼ਾਹਰੇ ਦੇ ਉਹਨਾਂ ਨੇ ਬੰਦੂਕਾਂ ਲੈ ਕੇ ਆਉਣੀਆਂ, ਉਹਨਾਂ ਨੇ ਵਾਇਲੈਂਸ ਕਰਨਾ। ਤੇ ਆਹ ਦੂਜੀ ਕਹਾਣੀ ਇੱਧਰ ਨੂੰ ਦੇਖ ਲਓ ਵੀ ਜਿਹੜੇ ਉਧਰ ਸੀਗੇ ਮੁਜ਼ਾਹਰੇ ਦੇ ਵਿਰੋਧੀ ਜੀ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਵੀ ਉਹ ਦੂਜੇ ਧਿਰ ਨੇ ਆਖਿਆ ਵੀ ਬੰਦੂਕਾਂ ਲੈ ਕੇ ਆਉਣੀ। ਬਿਲਕੁਲ। ਸੋ ਦੋਵਾਂ ਵਿੱਚੋਂ ਇੱਕ ਵੀ ਧਿਰ ਬੰਦੂਕਾਂ ਲਿਆਈ ਇਹਨਾਂ ਦਾ ਕੰਮ ਹੋ ਗਿਆ ਬਿਲਕੁਲ। ਗੁੱਸੇ ਦੇ ਵਿੱਚ ਕਿਸੇ ਨਾ ਕਿਸੇ ਨੇ ਚਲਾ ਦੇਣੀ ਗੋਲੀ। ਸੋ ਇਸ ਕਰਕੇ ਵੀ ਸਾਰਾ ਕੁਝ ਜਿਹੜਾ ਵੀ ਇਹਨਾਂ ਦਾ ਪਰਪਸ ਹੱਲ ਆ। ਸਹੀ ਗੱਲ ਹੈ ਜੀ। ਸੋ ਉਹ ਸਾਰਾ ਕੁਝ ਜਿਹੜਾ ਵੀ ਇਸ ਹਿਸਾਬ ਦੇ ਨਾਲ ਅਗਲੇ ਜਿਹੜੇ ਆ ਵੀ ਕਰਦੇ ਆ। ਸੋ ਅੱਗੇ ਫਿਰ ਉਹ ਲਿਖਦੇ ਨੇ ਜੀ ਵੀ ਦਾ ਫੈਂਟਸੀ ਬਿਕੇਮ ਮੋਰ ਇਲੈਬੋਰੇਟ। Police were told as the diplomats warned the York Mills Sikhs
to watch out for a dark van that would slowly drive past the demonstration. Love. The diplomats said that the van would be occupied by fellow anti-separatists from the Pepe Avenue Gurdwara. ਠੀਕ ਹੈ ਭਈ ਜਿਹੜਾ ਉਹ ਦੂਜਾ ਸੀ ਨਾ ਉਹਦੇ ਵਾਲਾ ਕੀ ਸੀ ਉਹਦਾ ਨਾਮ ਜਿਹੜਾ ਸਿਮਰਤ ਵੀ ਪਿਛਲਾ ਜਿਹੜਾ ਆਪਾਂ ਪੜ੍ਹੇ ਜਿਹਨੇ ਕਚਹਿਰੀ ਦੇ ਵਿੱਚ ਗੋਲੀ ਚਲਾਈ ਸੀਗੀ। ਸੋ ਉਹ ਬੰਦੇ ਦਾ ਜਿਹੜਾ ਗਰੁੱਪ ਸੀਗਾ ਪੈਪੇ ਐਵਨਿਊ ਗੁਰਦੁਆਰੇ ਦਾ ਭਈ ਉਹ ਕਹਿੰਦੇ ਵੀ ਇਹ ਵੀ ਕਾਲੀ ਵੈਨ ਜਿਹੜੀ ਨਾ ਵੀ ਹੌਲੀ ਹੌਲੀ ਜਿਹੜੀ ਕੋਲੋਂ ਦੀ ਡਰਾਈਵ ਕਰਕੇ ਲੰਘੂ ਜੀ ਉਹਦੇ ਵਿੱਚ ਉਹਦਾ ਸਾਰਾ ਗਰੁੱਪ ਹੋਣਾ। ਸੋ who had installed an automatic rifle in the vehicle and planned to open fire on the demonstration. ਸਾਰੀ ਕਹਾਣੀ ਕਲੀਅਰ ਹੁੰਦੀ। ਸੋ ਮਤਲਬ ਵੀ ਕਿਸ ਹਿਸਾਬ ਦੇ ਨਾਲ ਅਗਲਿਆਂ ਨੇ ਵੀ ਕਹਾਣੀ ਇਦਾਂ ਬਣਾ ਕੇ ਸਾਰਾ ਕੁਝ ਕੀਤਾ ਤੇ ਅੱਗੇ ਕਹਿੰਦੇ ਫਿਰ ਵੀ ਫਰਨਾਂਡੇਜ਼ ਐਂਡ ਹਿਸ ਪਾਰਟਨਰ ਵਰ ਸਟਨਡ ਵੈਨ ਦੇ ਹਰਡ ਆਫ ਦੀ ਆਊਟਰੇਜਸ ਕਲੇਮਸ ਮੇਡ ਬਾਈ ਦਾ ਕਾਉਂਸਲਰ ਆਫੀਸ਼ੀਅਲਸ। ਸੋ ਉਹਨਾਂ ਨੂੰ ਇਸ ਗੱਲ ਦਾ ਇੰਨਾ ਕਿ ਕਹਿ ਲਓ ਵੀ ਧੱਕਾ ਲੱਗਿਆ ਵੀ ਇਹ ਜਿਹੜੇ ਕਾਉਂਸਲ ਵਾਲੇ ਦਾ ਅਫਸਰ ਆ ਵੀ ਇਹ ਜਾ ਕੇ ਕੀ ਕੁਛ ਕਹੀ ਜਾਣਦਾ ਇਹ ਆਲੇ ਦੁਆਲੇ ਕੀ ਕੁਛ ਕਿਹਾ ਇਹਨਾਂ ਨੇ। ਦ ਸਟੋਰੀ ਵਾਜ਼ ਟੋਟਲੀ ਫੈਬਰੀਕੇਟਡ ਯਾਨੀ ਕਿ ਟੋਟਲੀ ਜਾਲੀ ਕਹਾਣੀ ਸੀ। Diplomats had not seen fit to repeat such a gruesome warning to the police. ਤੇ ਜੇ ਦੂਜਿਆਂ ਨੂੰ ਲੋਕਾਂ ਨੂੰ ਕਹਿੰਦੇ ਸੀਗੇ ਉਹ ਕਹਿੰਦੇ ਵੀ ਜੇ ਸੱਚੀ ਹੁੰਦੀ ਤੇ ਇਹਨਾਂ ਨੇ ਇਹ ਕਹਾਣੀ ਜਿਹੜੀ ਆ ਵੀ ਪੁਲਿਸ ਨੂੰ ਨਹੀਂ ਦੱਸੀ। ਬਿਲਕੁਲ ਇਹਦਾ ਮਤਲਬ ਉਹਨਾਂ ਨੂੰ ਪਤਾ ਹੀ ਪੁਲਿਸ ਨੇ ਯਕੀਨ ਨਹੀਂ ਕਰਨਾ। ਬਿਲਕੁਲ ਔਰ ਜਾਂ ਇਹਨਾਂ ਤੋਂ ਹੋਰ ਜਾਣਕਾਰੀ ਲੈਣੀ ਸੀ ਵੀ ਭਾਈ ਵੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਕੌਣ ਬੰਦੇ ਨੇ ਉਹਨਾਂ ਨੇ ਪਹਿਲੇ ਅਰੈਸਟ ਕਰ ਲੈਣੀ ਸੀ। ਬਿਲਕੁਲ ਜੇ ਪਹਿਲਾਂ ਅਰੈਸਟ ਹੋ ਜਾਂਦੀ ਇਹਨਾਂ ਦਾ ਪਰਪਸ ਨਹੀਂ ਸੀ ਹੱਲ ਨਹੀਂ ਹੋਣਾ ਸੀ। ਸਹੀ ਗੱਲ ਹੈ ਜੀ। ਬਟ ਇਟ ਹੈਡ ਸਰਵਡ ਟੂ whip up an even greater hatred between the opposing Sikh factions. ਲਓ ਵੀ ਜਿਹੜੇ ਵਿਰੋਧੀ ਧੜੇ ਸੀਗੇ ਵੀ ਉਹਨਾਂ ਦੇ ਵਿੱਚ ਆਪਸੀ ਨਫ਼ਰਤ ਜਿਹੜੀ ਆ ਵੀ ਉਹ ਉਹਨਾਂ ਨੇ ਪੈਦਾ ਕਰਨ ਦੇ ਵਿੱਚ ਪੂਰੀ ਕਾਮਯਾਬੀ ਲਈ ਜੀ। It had not taken long for tales about armed Sikhs to spread to members of other gurdwaras participating in the demonstration. So obvious ਹੈਗਾ ਨਾ ਵੀ ਕਹਾਣੀ ਜਿਹੜੀ ਆ ਵੀ ਉਹ ਫੈਲਣੀ ਸੀ। ਬਿਲਕੁਲ ਜੀ ਵੀ ਇਹ ਜੀ ਵੀ ਉਹ ਦੂਜੀ ਧਿਰ ਤਿਆਰ ਕਰ ਰਹੀ ਆ ਉਧਰੋਂ ਫੈਲਣੀ ਸੀ ਵੀ ਇਹ ਵੀ ਉਹ ਦੂਜੀ ਧਿਰ ਤਿਆਰੀ ਕਰ ਰਹੀ ਆ ਵੀ ਇਹ ਵੀ ਹਥਿਆਰ ਲਿਜਾਣੇ ਨੇ। ਬਿਲਕੁਲ Angry threats had been exchanged before between leaders of the Pepe and Old Western Road ਗੁਰਦੁਆਰਾ ਸੀ। ਯਾਨੀ ਕਿ ਵੀ ਉਹ ਜਿਹੜੇ ਸੀ ਨਾ ਵੀ ਇੱਕ ਕਹਿ ਲਓ ਵੀ ਖਾਲਿਸਤਾਨੀ ਪੱਖੀ ਤੇ ਦੂਜੇ ਖਾਲਿਸਤਾਨ ਵਿਰੋਧੀ ਭਈ ਉਹਨਾਂ ਧੜਿਆਂ ਦੇ ਵਿੱਚ ਆਪਸ ਦੇ ਵਿੱਚ ਪਹਿਲਾਂ ਵੀ ਗਾਲਮਗਾਲੀ ਜਿਹੜਾ ਵੀ ਹੋਇਆ ਜੀ। Old Western Road ਗੁਰਦੁਆਰਾ after all was created after a falling out among members of the Pepe congregation. ਯਾਨੀ ਕਿ ਵੀ ਉਹ ਜਿੱਦਾਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਇੱਕ ਗੁਰਦੁਆਰੇ ਦੇ ਵਿੱਚ ਲੜਾਈ ਹੋਈ ਤੇ ਉੱਥੋਂ ਇੱਕ ਧੜਾ ਨਿਕਲਦਾ ਤੇ ਉਹ ਦੂਜਾ ਗੁਰਦੁਆਰਾ ਬਣਾ ਲੈਂਦਾ ਜੀ। ਤੇ ਸ਼ਾਨੀ ਰੋਡ ਵਾਲਾ ਵੀ ਇੱਦਾਂ ਹੀ ਬਣਿਆ ਭਾਈ। ਤੇ ਉਹ ਕਹਿੰਦੇ ਵੀ ਜਿਹੜਾ ਓਲਡ ਵੈਸਟਰਨ ਰੋਡ ਵਾਲਾ ਗੁਰਦੁਆਰਾ ਸੀਗਾ ਉਹ ਬਣਿਆ ਵੀ ਇਸੇ ਤਰ੍ਹਾਂ ਹੀ ਸੀ ਵੀ ਜਿਹੜਾ ਪੈਪੇ ਰੋਡ ਵਾਲਾ ਗੁਰਦੁਆਰਾ ਸੀ ਵੀ ਉਹਦੇ ਵਿੱਚ ਲੜਾਈ ਹੋਈ ਤੇ ਉੱਥੋਂ ਇੱਕ ਧੜਾ ਨਿਕਲ ਕੇ ਤੇ ਉਹਨਾਂ ਨੇ ਓਲਡ ਵੈਸਟਰਨ ਵਾਲਾ ਗੁਰਦੁਆਰਾ ਜਿਹੜਾ ਉਹ ਬਣਾ ਲਿਆ ਜੀ। It was no wonder then that the two sides arrived at Balore and Yong ਵੀ ਜਿਹੜੀ ਉਹ ਜਗ੍ਹਾ ਐਡਰੈਸ ਆ ਵੀ ਜਿੱਥੇ ਮੁਜ਼ਾਹਰਾ ਹੋਣਾ ਸੀ ਜੀ on the afternoon of the demonstration prepared for a fight. ਏਦਾਂ ਕਠਪੁਤਲੀਆਂ ਵਾ ਨਚਾਇਆ ਜਾਂਦਾ। ਜਿਹੜੇ ਬੰਦਿਆਂ ਨੇ ਕਨਿਸ਼ਕਾ ਦਾ ਕਾਂਡ ਕੀਤਾ ਸੀਗਾ ਉਹ ਵਿੱਚੋਂ ਵੀ ਇਸੇ ਕਰਕੇ ਉਹਨਾਂ ਨੇ ਚੁਣ ਚੁਣ ਕੇ ਬੰਦੇ ਉਹ ਮਾਰੇ ਆ ਭਈ ਤਾਂ ਕਿ ਵੀ ਇਹੋ ਜਿਹੀ ਕਹਾਣੀ ਜਿਹੜੀ ਪਹਿਲਾਂ ਨਿਕਲ ਆਈ 82-83 ਦੇ ਵਿੱਚ ਉਹ ਕਨਿਸ਼ਕਾ ਬਾਰੇ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਨਾ ਆ ਜਾਵੇ ਸਾਰਿਆਂ ਦੇ। ਨਹੀਂ ਜਿਹੜੇ ਰੋਲਾ ਪਾਉਂਦੇ ਕਿ ਦੋਨੇ ਪਾਸੇ ਸਿੱਖ ਸੀਗੇ ਉਹਨਾਂ ਨੂੰ ਇਹ ਵੀ ਸਵਾਲ ਬਣਦਾ ਕਿ ਭਾਈ ਇੰਡੀਆ 'ਚ ਬੈਨ ਕਾਹਤੇ ਕੀਤੀ ਹੋਈ ਕਿਤਾਬ। ਬਿਲਕੁਲ ਬੈਨ ਕੀਤੀ ਤਾਂ ਹੀ ਹੈ ਨਾ ਤਾਂ ਕਿ ਇਹਦੇ ਵਿੱਚੋਂ ਜਿਹੜੀ ਅਸਲੀਅਤ ਜਦੋਂ ਲੋਕਾਂ ਨੂੰ ਪਤਾ ਚੱਲਣੀ ਹੈ ਉਹਨਾਂ ਨੇ ਜਾਗਰੂਕ ਹੋ ਜਾਣਾ ਉਹਨਾਂ ਨੇ ਜਾਗ ਜਾਣਾ ਉਹਨਾਂ ਨੇ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਬਾਰੇ ਪਤਾ ਲੱਗ ਜਾਣਾ ਕਿੱਦਾਂ ਜਿਹੜੇ ਹੱਥ ਕੰਡੇ ਆ ਸਰਕਾਰ ਦੇ ਕਠਪੁਤਲੀਆਂ ਬਣਾਉਣੇ ਵਾਲੇ ਉਹ ਨਾਕਾਮ ਹੋਣੇ ਆ। ਬਿਲਕੁਲ ਗੱਲ ਉਹੀ ਹੋ ਜਾਂਦੀ ਨਾ ਭਾਜੀ ਕਿਉਂਕਿ ਸਾਡੀ ਕੌਮ ਦੇ ਵਿੱਚ ਜਿੱਦਾਂ ਪੜ੍ਹਨ ਦੀ ਆਦਤ ਘੱਟ ਹੈਗੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਉਹਦੇ ਕਰਕੇ ਜਿਹੜਾ ਦੁਸ਼ਮਣ ਹੈ ਉਹ ਆਪਣੇ ਆਪ ਹੀ ਤਾਕਤਵਰ ਹੋ ਜਾਂਦਾ ਹੈ। ਜੇ ਇੱਦਾਂ ਦੀ ਕਿਤਾਬਾਂ ਕਿਤੇ ਪਹਿਲਾਂ ਪੜ੍ਹੀਆਂ ਗਈਆਂ ਹੁੰਦੀਆਂ ਵੱਡੇ ਪੱਧਰ ਤੇ ਪ੍ਰਚਾਰੀਆਂ ਗਈਆਂ ਹੁੰਦੀਆਂ ਤੇ ਹੋ ਸਕਦਾ ਕਿ ਇੱਕ ਸੋਚ ਡਿਵੈਲਪ ਹੋ ਜਾਂਦੀ ਕੁਝ ਸਮੇਂ ਦੇ ਵਿੱਚ 10-15 ਸਾਲ ਦੇ ਵਿੱਚ ਕਿ ਭਾਈ ਕਿੱਦਾਂ ਸਰਕਾਰਾਂ ਗੇਮਾਂ ਖੇਡਦੀਆਂ ਹੈਗੀਆਂ ਤੇ ਉੱਥੋਂ ਕਿੱਦਾਂ ਬਚਿਆ ਜਾ ਸਕਦਾ ਹੈ। ਤੁਸੀਂ ਅੱਜ ਕੱਲ੍ਹ ਤੇ ਹਥਿਆਰ ਇੰਨੇ ਕਹਿ ਲਓ ਭਈ ਖਤਰਨਾਕ ਹੋ ਗਏ ਆ ਵੀ ਹੁਣ ਜਿਹੜਾ ਸਾਰਾ ਰੌਲਾ ਪਿਆ 2016 ਦੀ ਅਮਰੀਕਾ ਦੀ ਇਲੈਕਸ਼ਨ ਵਾਲਾ ਜੀ ਜਿਹਦੇ ਵਿੱਚ ਟਰੰਪ ਜਿੱਤਿਆ ਹੁਣ ਉਹਦੇ ਵਿੱਚ ਸਾਰਾ ਰੌਲਾ ਹੀ ਇਸ ਚੀਜ਼ ਦਾ ਸੀਗਾ ਭਈ ਰੂਸ ਵਾਲੇ ਜਿਹੜੇ ਆ ਵੀ ਉਹਨਾਂ ਨੇ ਇਸ ਹਿਸਾਬ ਦੇ ਨਾਲ ਅਮਰੀਕਨ ਵੋਟਰ ਜਿਹੜਾ ਸੀਗਾ ਵੀ ਉਹਨੂੰ ਮੈਨੀਪੂਲੇਟ ਕੀਤਾ ਭਈ ਜਿਹਦੇ ਕਰਕੇ ਟਰੰਪ ਜਿੱਤਿਆ।
ਠੀਕ ਹੈ ਜੀ। ਹੁਣ ਉਹਦੇ ਵਿੱਚ ਜਿਹੜਾ ਫਰਕ ਹੈ ਨਾ ਵੀ ਉਹਨਾਂ ਨੇ ਜੋ ਸਿਸਟਮ ਸੀਗਾ ਅਮਰੀਕਾ ਦਾ ਉਹਨੂੰ ਇਸ ਡੂੰਘਾਈ ਤੱਕ ਜਾ ਕੇ ਸਮਝਿਆ ਰੂਸੀਆਂ ਨੇ ਵੀ 3 ਮਿਲੀਅਨ ਵੋਟਾਂ ਜਿਹੜੀਆਂ 30 ਲੱਖ ਵੋਟਾਂ ਟਰੰਪ ਨੂੰ ਹਿਲਰੀ ਕਲਿੰਟਨ ਨਾਲੋਂ ਘੱਟ ਪਈਆਂ ਸੀ, ਪਰ ਉਹ ਜਿੱਤਿਆ ਫਿਰ ਵੀ। ਉਹ ਕਿੱਦਾਂ ਵੀ ਇਹ ਵੀ ਉਹ ਜਿਹੜਾ ਉਹਨਾਂ ਦਾ ਇਲੈਕਟੋਰਲ ਕਾਲਜ ਵਾਲਾ ਸਿਸਟਮ ਆ ਉਹਦੇ ਵਿੱਚ 270 ਜਿਹੜੀਆਂ ਸੀਟਾਂ ਆ ਵੀ ਉਹ ਵੋਟਾਂ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ, ਤੇ ਹਰੇਕ ਸਟੇਟ ਦੀਆਂ ਆਪਣੀਆਂ ਸੀਟਾਂ ਆ ਤੇ ਉਹ ਜਿਹੜੀਆਂ ਵੋਟਾਂ ਉਹਨਾਂ ਨੇ ਜਿੱਤਣੀਆਂ ਹੁੰਦੀਆਂ। ਹੁਣ ਇਹਨਾਂ ਨੇ ਕੀ ਕੀਤਾ ਵੀ ਇਹ ਰੂਸੀਆਂ ਨੇ ਵੀ 3 ਸਟੇਟ ਸੀਗੇ ਵੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਵਾਹ ਲਾਤਾ ਵੀ ਇੱਧਰੋਂ ਫੇਸਬੁੱਕ ਰਾਹੀਂ, ਟਵਿੱਟਰ ਰਾਹੀਂ, ਹੋਰ ਸਾਰੇ ਜ਼ਰੀਏ ਜਿਹੜੇ ਸੀ ਉਹਨਾਂ ਕੋਲੇ, ਲੋਕਲ ਰੇਡੀਓ ਸਟੇਸ਼ਨ, ਉਹਨਾਂ ਸਾਰਿਆਂ ਰਾਹੀਂ ਵੀ ਉਹ ਜ਼ੋਰ ਲਾ ਕੇ ਤੇ ਉਹਨਾਂ ਦੇ ਵਿੱਚ 77,000 ਵੋਟ ਜਿਹੜੀ ਆ ਉਹ ਟਰੰਪ ਨੂੰ ਜ਼ਿਆਦਾ ਪਈ। 3 ਸਟੇਟਾਂ ਦੇ ਵਿੱਚ 77,000 ਵੋਟ, ਜੇ ਸੌਖਾ ਕਹਿਣਾ 75,000 ਵੋਟ ਵੀ ਯਾਨੀ ਕਿ 25,000 ਵੋਟ ਜਿਹੜੀ ਇੱਕ ਦੇ ਵਿੱਚ 12,000 ਦਾ ਫਰਕ ਸੀਗਾ, ਇੱਕ ਦੇ ਵਿੱਚ ਕੁਛ ਤੇ ਇੱਕ ਦੇ ਵਿੱਚ ਕੁਛ, ਤੇ ਟੋਟਲ ਜਿਹੜਾ 3 ਸਟੇਟਾਂ ਦੇ ਵਿੱਚ 77,000 ਵੋਟ ਜਿਹੜੀ ਆ ਉਹ ਟਰੰਪ ਹਿਲਰੀ ਕਲਿੰਟਨ ਨਾਲੋਂ ਜ਼ਿਆਦਾ ਲੈ ਗਿਆ ਤੇ ਉਹਦੇ ਨਾਲ ਉਹ ਪੂਰੀ ਪ੍ਰੈਜ਼ੀਡੈਂਸੀ ਜਿੱਤ ਗਿਆ, ਜਦ ਕਿ ਟੋਟਲ ਵੋਟ ਜਿਹੜੀ ਆ ਉਹਦੇ ਵਿੱਚ 30 ਲੱਖ ਵੋਟ ਟਰੰਪ ਨੂੰ ਘੱਟ ਪਈ ਆ। ਸੋ ਉੱਥੋਂ ਹੁਣ ਅਮਰੀਕਨਾਂ ਨੂੰ ਡਰ ਇਹ ਪਿਆ ਹੋਇਆ ਆ ਵੀ ਇੱਦਾਂ ਤਾਂ ਵੀ ਕੋਈ ਵੀ ਮੁਲਕ ਜਿਹੜਾ ਆ ਬਿਲਕੁਲ ਭਈ ਉਹ ਸਾਡੀ ਜਿਹੜੀ ਇਲੈਕਸ਼ਨ ਆ ਵੀ ਉਹਨੂੰ ਮੈਨੀਪੂਲੇਟ ਕਰ ਸਕਦਾ, ਭਈ ਉਹ ਜਿਹੜਾ ਮੁਲਕ ਆ ਜਿਹੜਾ ਉਹਨੂੰ ਪ੍ਰੈਜ਼ੀਡੈਂਟ ਚਾਹੀਦਾ ਬਿਲਕੁਲ ਉਹ ਉਸ ਕੈਂਡੀਡੇਟ ਦੇ ਹੱਕ ਦੇ ਵਿੱਚ ਸਾਰਾ ਕੁਝ ਕਰ ਸਕਦਾ। ਜਿੱਦਾਂ ਹੁਣ ਅਮਰੀਕਾ ਦਾ ਜਿੰਨਾ ਜਲੂਸ ਟਰੰਪ ਨੇ ਕਢਾ ਦਿੱਤਾ 4 ਸਾਲਾਂ ਦੇ, ਸਹੀ ਗੱਲ ਹੈ, ਇਹ ਕਿਸੇ ਹਮਲੇ ਤੋਂ ਘੱਟ ਆ। ਸਹੀ ਗੱਲ ਹੈ। ਸੋ ਉਹੋ ਹੀ ਚੀਜ਼ ਜਿਹੜੀ ਆ ਵੀ ਉਹ ਤੁਸੀਂ ਇੱਥੇ ਵੇਖੋ ਭਈ ਜਦੋਂ ਅਗਲਿਆਂ ਨੇ ਸਿੱਖ ਕਮਿਊਨਿਟੀ ਨੂੰ ਇਸ ਹੱਦ ਤੱਕ ਉਹਨਾਂ ਨੇ ਕਹਿ ਲਓ ਵੀ ਘੋਖ ਪੜਤਾਲ ਲਿਆ ਬਿਲਕੁਲ ਭਈ ਜਿਹਦੇ ਵਿੱਚ ਵੀ ਅਗਲਿਆਂ ਨੂੰ ਪਤਾ ਵੀ ਕਿਹੜੀ ਚੀਜ਼ ਕਹਿਣ ਦੇ ਉੱਤੇ ਸਿੱਖ ਜਿਹੜਾ ਕਰਦਾਰ ਆ ਵੀ ਉਹਨੇ ਗੁੱਸੇ ਦੇ ਵਿੱਚ ਇਦਾਂ ਅੱਗ ਬਬੂਲਾ ਹੋਣਾ ਹੈ, ਰਿਐਕਟ ਕਰਨਾ ਆ ਤੇ ਕਿੱਦਾਂ ਰਿਐਕਟ ਕਰਨਾ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹਨਾਂ ਨੇ ਆਪਣੇ ਹਥਿਆਰ ਕਾਇਮ ਕਰ ਲਏ। ਹੁਣ ਅਮਰੀਕਾ ਕੋਸ਼ਿਸ਼ ਇਹ ਕਰਦਾ ਪਿਆ ਆ ਵੀ ਇਹ ਸਾਰੇ ਦੇ ਅਰਾਊਂਡ ਵੀ ਉਹ ਆਪਣੇ ਜਿਹੜੇ ਡਿਫੈਂਸ ਬੈਰੀਅਰ ਆ ਉਹ ਕ੍ਰੀਏਟ ਕਰੇ ਭਈ ਉਹ ਭਾਵੇਂ ਮੰਨ ਸਕਿਆ ਤੇ ਭਾਵੇਂ ਦੂਜੇ ਜਿਹੜੇ ਕਹਿ ਲਓ ਵੀ ਕਾਨੂੰਨੀ ਤੇ ਹੋਰ ਜਿਹੜੇ ਮੈਕੈਨਿਜ਼ਮ ਵਾਲੇ ਤੇ ਹੋਰ ਸਾਰੇ ਜਿਹੜੇ ਵੀ ਉਹਨਾਂ ਦੇ ਵਿੱਚ ਵੀ ਇਲੈਕਸ਼ਨ ਦਾ ਜਿਹੜਾ ਆ ਵੀ ਉਹ ਸਿਸਟਮ ਜਿਹੜਾ ਵੀ ਉਹਨੂੰ ਟਵੀਕ ਕੀਤਾ ਜਾਵੇ ਜਾਂ ਹੋਰ ਸਾਰਾ ਕੁਝ ਜਿੱਦਾਂ ਜੋ ਕੁਝ ਵੀ ਉਹ ਵਿਚਾਰ ਰਹੇ ਜੀ ਵੀ ਜਿੱਦਾਂ ਹੁਣ ਆਹ ਜਿਹੜੀ ਇਲੈਕਸ਼ਨ ਹੋਈ ਆ 2020 ਵਾਲੀ ਵੀ ਇਹਦੇ ਵਿੱਚ ਵੀ ਉਹਨਾਂ ਨੇ ਫਿਰ ਪੂਰਾ ਜ਼ੋਰ ਲਾ ਕੇ ਤੇ ਮਤਲਬ ਵੀ ਉਹ ਜੋ ਪਿਛਲੀ ਵਾਰੀ ਹੋਇਆ ਸੀ 16 ਦੇ ਵਿੱਚ ਉਹ ਹੋਣ ਨਹੀਂ ਦਿੱਤਾ। ਪਰ ਜਦੋਂ ਅਸੀਂ ਆਪਣਾ ਵੇਖਦੇ ਆ ਸਿੱਖਾਂ ਦਾ, ਆਹ ਗੱਲ ਹੈਗੀ ਆ 80ਵਿਆਂ ਦੀ, ਬਿਲਕੁਲ ਉਹ ਤੋਂ ਪਹਿਲਾਂ 47 ਦੇ ਵਿੱਚ ਜੋ ਕੁਝ ਹੋ ਚੁੱਕਿਆ ਸੀ, ਸਹੀ ਗੱਲ ਹੈ, ਨਾ ਅਸੀਂ ਉਹਦੀ ਕਦੀ ਘੋਖ ਪੜਤਾਲ ਕੀਤੀ। ਇਹ ਗੈਰ ਸਿੱਖਾਂ ਵੱਲੋਂ ਕਿਤਾਬ ਲਿਖੀ ਗਈ ਆ ਜਿਹਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਆ ਵੀ ਆਪਾਂ ਹੁਣ ਘੋਖ ਪੜਤਾਲ ਰਹੇ ਆ, ਪਰ ਅਜੇ ਤੱਕ ਵੀ ਇਹ ਦੇਖ ਲਓ ਵੀ ਸਿੱਖਾਂ ਦੇ ਵਿੱਚੋਂ ਕਿਸੇ ਨੇ ਜੋ ਕੁਝ ਹੋਇਆ ਪਿੱਛੇ ਉਹਦੀ ਘੋਖ ਪੜਤਾਲ ਕੀਤੀ ਹੋਵੇ, ਜੋ ਅੱਜ ਹੋ ਰਿਹਾ ਹੈ ਉਹਦੀ ਕੋਈ ਘੋਖ ਪੜਤਾਲ ਹੋ ਰਹੀ ਹੋਵੇ। ਸੋ ਉਹ ਸਾਰਾ ਕੁਝ ਜਿਹੜਾ ਜਿੰਨੀ ਦੇਰ ਘੋਖ ਪੜਤਾਲ ਨਹੀਂ ਹੁੰਦੀ ਉਨੀ ਦੇਰ ਅਸੀਂ ਜਿਹੜੇ ਡਿਫੈਂਸਿਵ ਬੈਰੀਅਰ ਆ ਉਹ ਕਿੱਦਾਂ ਬਣਾਉਣੇ ਆ। ਸੋ ਉਹ ਓਬਵੀਅਸ ਆ ਵੀ ਜਦੋਂ ਘੋਖ ਪੜਤਾਲ ਨਹੀਂ ਹੋ ਰਹੀ ਤੇ ਡਿਫੈਂਸ ਵੀ ਜਿਹੜੀ ਆ ਉਹ ਵੀ ਕ੍ਰੀਏਟ ਕੋਈ ਨਹੀਂ ਹੋ ਰਹੀ। ਸੋ ਇਸ ਕਰਕੇ ਵੀ ਇਹ ਸਾਰਾ ਕੁਝ ਜਿਹੜਾ ਆ ਵੀ ਸਾਡੇ ਲਈ ਬਹੁਤ ਚਿੰਤਾ ਦਾ ਵਿਸ਼ਾ ਆ ਜੀ। ਆਪਾਂ 2 ਪੈਰੇ ਪੜ੍ਹ ਕੇ ਤੇ ਮੇਰਾ ਖਿਆਲ ਸਮਾਪਤੀ ਕਰਦੇ ਆ ਜੀ। ਵੀ ਇਹਦੇ ਵਿੱਚੋਂ ਕਹਿੰਦੇ ਵੀ ਫਰਨਾਂਡੇਜ਼ ਇਨਫੋਰਮਡ ਦਾ ਸਿਕਿਉਰਿਟੀ ਸਰਵਿਸ Corporal Crabb that the consular officials had issued a genuine threat to the Sikhs during the meeting at the York Mill Gurdwara. If the Sikhs did not stop protesting against India and Indira Gandhi, the officials had stated the community could look ahead to some very troubled times. ਇਹ 82 ਦੀ ਗੱਲ ਆ, ਠੀਕ ਹੈ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ ਵੀ ਅਗਲੇ ਧਮਕੀਆਂ ਦੇ ਰਹੇ ਸੀਗੇ ਵੀ ਜੇ ਤੁਸੀਂ ਇੰਡੀਆ ਦੇ ਖਿਲਾਫ ਤੇ ਇੰਦਰਾ ਗਾਂਧੀ ਦੇ ਖਿਲਾਫ ਮੁਜ਼ਾਹਰੇ ਨਹੀਂ ਬੰਦ ਕਰਦੇ ਤੇ ਤੁਹਾਡੀ ਕੌਮ ਜਿਹੜੀ ਆ ਵੀ ਉਹਨੂੰ ਬਹੁਤ ਤੰਗੀਆਂ ਝੱਲਣੀਆਂ ਪੈ ਸਕਦੀਆਂ। ਭਾਈ ਕਨਿਸ਼ਕਾ ਜਿਹੜਾ ਆ ਉਹ ਇਹੋ ਜਿਹੀਆਂ ਧਮਕੀਆਂ ਦੇ ਵਿੱਚੋਂ ਨਿਕਲਿਆ। Fernandez told the corporal that he was convinced the Indian government was involved in covert operations with the Sikhs, trying to make them fight with each other. ਔਰ ਇਹ ਜਿਹੜਾ ਉਹ ਹੈਗਾ ਨਾ ਦੂਸਰਾ ਤਰਨ ਮੈਦਾਨ ਜਿਹੜਾ ਜਿਹਦੇ ਖਿਲਾਫ ਹੁਣ ਕੇਸ ਪਏ ਆ ਤੇ ਉਹਨੂੰ 2 ਵਾਰੀ ਅਰੈਸਟ ਵੀ ਕਰ ਲਿਆ ਪੁਲਿਸ ਨੇ ਉਰੇ ਜੀ, ਭਈ ਉਹ ਵੀ ਇਹ ਹੀ ਆ ਭਈ ਇਹੋ ਜਿਹੀਆਂ ਧਮਕੀਆਂ ਉਹ ਦੇਣ ਦਿਆ ਤੇ ਤੁਹਾਡਾ ਆ ਕੇ ਵੀ ਜਹਾਜ਼ ਦੇ ਵਿੱਚ ਚੜ੍ਹਨਾ ਬੰਦ ਹੋ ਜਾਣਾ, ਤੁਹਾਨੂੰ ਵੀਜ਼ੇ ਨਹੀਂ ਮਿਲਣੇ, ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਣੇ।
ਤੇ ਉਹ ਨਾਲ ਧਮਕੀਆਂ ਦਿੰਦਾ ਸੀ ਵੀ ਜੇ ਤੁਸੀਂ ਗਏ ਵੀ ਤੇ ਦਿੱਲੀ 에ਅਰਪੋਰਟ ਤੋਂ ਵਾਪਸ ਮੋੜ ਦੇਣੇ। ਸੋ ਉਹ ਸਾਰਾ ਕੁਝ ਭਾਈ ਵੀ ਪੈਟਰਨ ਸੇਮ ਆ ਔਰ ਉਹ ਧਮਕੀਆਂ ਜਿਹੜੀਆਂ ਉਹ ਇਦਾਂ ਹੀ ਦਿੱਤੀਆਂ ਜਾ ਰਹੀਆਂ। ਫਰਨਾਂਡੇਜ਼ ਐਂਡ ਹਿਸ ਪਾਰਟਨਰ ਵਰ ਰਿਲੀਵਡ ਵੈਨ ਕ੍ਰੈਬ ਸੈਡ he would recommend to headquarters in Ottawa that a security investigation be launched into the activities of the consulate in Toronto. ਸੋ ਜਦੋਂ ਉਹਨੇ ਕਾਰਪੋਰਲ ਕ੍ਰੈਬ ਨੇ ਇਹ ਕਿਹਾ ਆ ਵੀ ਮੈਂ ਉੱਪਰ ਜਿਹੜਾ ਹੈੱਡਕੁਆਟਰ ਆ ਆਟਵਾ ਦੇ ਵਿੱਚ ਵੀ ਉਹਦੇ ਕੋਲੇ ਵੀ ਇਹ ਰეკਮੈਂਡੇਸ਼ਨ ਭੇਜੂਗਾ ਜੀ, ਬੇਨਤੀ ਕਰੂੰਗਾ ਵੀ ਇਹ ਜਿਹੜਾ ਕੌਂਸਲੇਟ ਆ ਇੰਡੀਆ ਦਾ ਵੀ ਇਹਦੀਆਂ ਜਿਹੜੀਆਂ ਹਰਕਤਾਂ ਆ ਵੀ ਉਹਨਾਂ ਦੇ ਬਕਾਇਦਾ ਤਹਿਕੀਕਾਤ ਕੀਤੀ ਜਾਵੇ ਜੀ। ਬਿਲਕੁਲ। They left the O division offices with assurances that the security service would be calling on them for additional information and assistance. It was the last contact they had with the security service on the issue. ਵੀ ਉਹਨਾਂ ਨੇ ਕਹਿ ਤਾਂ ਦਿੱਤਾ ਵੀ ਅਸੀਂ ਕਰਾਂਗੇ, ਤੁਹਾਨੂੰ ਕੰਟੈਕਟ ਕਰਾਂਗੇ ਹੋਰ ਜਾਣਕਾਰੀ, ਉਸ ਤੋਂ ਬਾਅਦ ਕੀਤੀ ਕਿਸੇ ਨੇ। ਸੋ ਇੱਥੇ ਤੱਕ ਮੇਰਾ ਖਿਆਲ ਵੀ ਆਪਾਂ ਪੜ੍ਹੀਏ ਅੱਗੇ ਗਾਂ ਜਿਹੜਾ ਆ ਵੀ ਉਹ ਕੀ ਹੁੰਦਾ ਵੀ ਕਿਉਂ ਨਹੀਂ ਹੋਇਆ ਜਾਂ ਕਿੱਦਾਂ ਇੰਡੀਅਨ ਸਰਕਾਰ ਜਿਹੜੀ ਆ ਵੀ ਉਹ ਕਾਮਯਾਬ ਰਹੀ ਆ ਵੀ ਸਾਰੀਆਂ ਆਪਣੀਆਂ ਹਰਕਤਾਂ ਦੇ ਵਿੱਚ ਜੀ। ਵੀ ਉਹ ਆਪਾਂ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਪੜ੍ਹਦੇ ਹਾਂ। ਪਰ ਜਿਹੜੀ ਮੁੱਕਦੀ ਗੱਲ ਆ ਉਹ ਇਹ ਹੀ ਆ ਵੀ ਦੁਸ਼ਮਣ ਨੇ ਤੇ ਆਪਣੀਆਂ ਜਿਹੜੀਆਂ ਹਰਕਤਾਂ ਆ ਉਹ ਜਾਰੀ ਰੱਖਣੀਆਂ। ਬਿਲਕੁਲ ਜੀ, ਕਿਉਂਕਿ ਦੁਸ਼ਮਣ ਦਾ ਏਜੰਡਾ ਅਜੇ ਤੱਕ ਨਹੀਂ ਬਦਲਿਆ। ਸਹੀ ਗੱਲ ਹੈ। ਸੋ ਇਸ ਕਰਕੇ ਵੀ ਸਾਡੀ ਜ਼ਿੰਮੇਵਾਰੀ ਇਹ ਬਣਦੀ ਆ ਵੀ ਜਿਹੜੇ ਸਾਡੇ ਅੰਦਰ ਸਾਡਾ ਭੇਸ ਬਣਾ ਕੇ ਦੁਸ਼ਮਣ ਦੇ ਹੱਥ ਠੋਕ ਕੇ ਬੈਠੇ ਆ, ਬਿਲਕੁਲ ਉਹਨਾਂ ਦੀ ਸ਼ਨਾਖਤ ਕਰੀਏ। ਬਿਲਕੁਲ ਜੀ। ਤੇ ਉਹ ਕੀ ਕਰ ਰਹੇ ਆ ਤੇ ਕਿਉਂ ਕਰ ਰਹੇ ਆ, ਕੀ ਏਜੰਡਾ ਜਿਹੜਾ ਆ ਵੀ ਉਹ ਹਾਸਲ ਕਰਨੇ ਲਈ ਵੀ ਉਹਨਾਂ ਦੇ ਜਿਹੜੇ ਕੰਮ ਕਿਹੜੇ ਕੰਮ ਕਿਉਂ ਹੋ ਰਹੇ ਆ, ਉਹ ਜਿੰਨੀ ਦੇਰ ਆਇਡੈਂਟੀਫਾਈ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਉਹਨਾਂ ਨੂੰ ਨਾਕਾਮ ਨਹੀਂ ਕਰ ਸਕਦੇ। ਸਹੀ ਗੱਲ ਹੈ ਜੀ। ਉਹ ਅਸੀਂ ਇੱਦਾਂ ਹੀ ਕਹਿ ਲਓ ਵੀ ਸੱਟਾਂ ਖਾਈ ਜਾਣੀਆਂ ਤੇ ਜ਼ਖਮੀ ਕੌਮੀ ਪੱਧਰ ਦੇ ਉੱਤੇ ਹੋਈ ਜਾਣਾ ਆ। ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਭਾਈ ਵੀ ਇਹ ਹੀ ਆ ਵੀ ਜੇ ਅਸੀਂ ਕਹਿ ਲਓ ਵੀ ਰਿਟੈਲੀਏਟ ਕਰਾਂਗੇ ਹਿੰਸਾ ਦਾ ਨਾਲ ਤੇ ਉਹ ਵੀ ਸਾਡੇ ਅਗੇਂਸਟ ਹੀ ਜਾਣਾ। ਜਿੱਦਾਂ ਹੁਣ ਨੇਕੀ ਦੇ ਜੋ ਹੋਇਆ ਆ ਭਈ ਇਹ ਮਸਲੇ ਦਾ ਹੱਲ ਨੀਗਾ। ਬਿਲਕੁਲ ਬਿਲਕੁਲ। ਇਹ ਤਾਂ ਇਹ ਆ ਭਈ ਠੀਕ ਆ ਵੀ ਅਗਲਿਆਂ ਨੇ ਇਮੋਸ਼ਨਲੀ ਜੋ ਕਰਨਾ ਸੀ ਉਹ ਕਰਿਆ ਆ, ਪਰ ਇਹਦੇ ਨਾਲ ਮਸਲਾ ਹੱਲ ਨਹੀਂ ਹੋ ਜਾਂਦਾ। ਕਦੇ ਵੀ ਨਹੀਂ ਹੋਣਾ, ਕਿਉਂਕਿ ਇਹਨੂੰ ਅਗਲਿਆਂ ਨੇ ਦੁਸ਼ਮਣਾਂ ਨੇ ਉੱਦਾਂ ਹੀ ਕਹਿ ਲਓ ਵੀ ਆਪਣੀ ਐਡਵਾਂਟੇਜ ਲਈ ਵਰਤਣਾ ਆ ਵੀ ਜਿੱਦਾਂ ਇਹਨੂੰ ਵਿਕਟਮ ਬਣਾ ਕੇ ਤੇ ਪੁਲਿਸ ਦੇ ਵਿੱਚ ਤੇ ਹੋਰ ਥਾਈਂ ਆਪਣੀ ਜਿਹੜੀ ਆ ਸਾਰੀ ਵੀ ਕ੍ਰੈਡੀਬਿਲਿਟੀ ਜਿਹੜੀ ਬਣਾ ਰਹੇ ਆ ਜਾਂ ਜਿਹੜੇ ਕਹਿ ਲਓ ਵੀ ਇਹਨਾਂ ਦੇ ਖਿਲਾਫ ਬੋਲਣੇ ਵਾਲੇ ਵੀ ਉਹਨਾਂ ਨੂੰ ਡਿਸਕ੍ਰੈਡਿਟ ਕਰ ਰਹੇ ਆ। ਬਿਲਕੁਲ। ਸੋ ਉਹ ਸਾਰਾ ਕੁਝ ਜੋ ਕੁਝ ਵੀ ਹੈਗਾ ਆ ਇਹ ਵੀ ਇਹ ਸਾਨੂੰ ਤਰੀਕਾਕਾਰ ਜਿਹੜਾ ਆ ਵੀ ਉਹ ਸਮਝਣੇ ਦੀ ਲੋੜ ਆ ਵੀ ਤਾਂ ਕਿ ਅਸੀਂ ਇਹਦੇ ਅਗੇਂਸਟ ਆਪਣੀ ਜਿਹੜੀ ਡਿਫੈਂਸ ਆ ਵੀ ਉਹ ਕਾਇਮ ਕਰ ਸਕੀਏ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਹੈਗਾ ਆ ਵੀ ਇਹ ਸਾਡੇ ਵਿਚਾਰਨੇ ਵਾਲਾ ਇਹੀ ਕਾਰਨ ਆ ਵੀ ਅਸੀਂ ਇਹ ਜਿਹੜੀ ਕਿਤਾਬ ਆ ਵੀ ਇਹ ਲੜੀਵਾਰ ਪੜ੍ਹਨੀ ਸ਼ੁਰੂ ਕੀਤੀ ਹੈ। ਨਹੀਂ ਭਾਈ ਉਹ ਤਾਂ ਜਦੋਂ ਜਿੱਦਾਂ ਕਿਤਾਬ ਪੜ੍ਹਦੇ ਜਾ ਰਹੇ ਹਾਂ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਰਿਹਾ ਕਿ ਕਿੱਦਾਂ ਸਰਕਾਰਾਂ ਕਠਪੁਤਲੀ ਬਣਾ ਕੇ ਜਿੱਦਾਂ ਉਹ ਕਹਾਵਤ ਨਹੀਂ ਹੈਗੀ ਕਿ 2 ਬਿਲੀਅਨ ਲੜਾਈ 'ਚ ਬਾਂਦਰ ਹੈ ਨਾ ਜੀ ਆਪਣਾ ਮਕਸਦ ਪੂਰਾ ਕਰ ਲੈਂਦਾ ਹੈਗਾ ਤੇ ਉਹੀ ਕੰਮ ਇੱਦਾਂ ਕੀਤਾ ਜਾ ਰਿਹਾ ਹੈਗਾ ਕਿ ਕਿੱਦਾਂ ਦੋ ਧਿਰਾਂ ਨੂੰ ਇੱਕ ਅਫਵਾਹਾਂ ਨਾਲ ਫੈਲਾ ਕੇ ਇੱਕ ਦੂਜੇ ਦੇ ਹੈ ਨਾ ਜੀ ਅਗੇਂਸਟ ਕਿੱਦਾਂ ਭੁਗਤਾਇਆ ਜਾ ਰਿਹਾ ਹੈਗਾ ਤੇ ਉਹੀ ਸਾਰਾ ਕੁਝ ਅੱਜ ਦੇ ਪੱਧਰ 'ਤੇ ਅੱਜ ਦੇ ਟਾਈਮ 'ਤੇ ਵੀ ਉਸੇ ਹੀ ਪੱਧਰ 'ਤੇ ਸਾਰਾ ਕੁਝ ਚੱਲ ਰਿਹਾ ਹੈਗਾ। ਗੱਲ ਮੁੱਕਦੀ ਭਾਜੀ ਮੋਟੀ ਜਦ ਤੱਕ ਅਸੀਂ ਆਪਣੇ ਆਪ ਨੂੰ ਨੌਲੇਜੇਬਲ ਨਹੀਂ ਕਰਦੇ, ਗਿਆਨਵਾਨ ਨਹੀਂ ਕਰਦੇ ਹੈਗੇ ਤਾਂ ਇੱਦਾਂ ਦੇ ਹੱਥ ਠੋਕਿਆਂ ਦੇ ਅਸੀਂ ਜਿਹੜੇ ਹੈਗੇ ਆਪਾਂ ਵਿਕਟਿਮ ਬਣੀ ਜਾਣਾ ਹੈਗਾ, ਫਿਰ ਬਾਅਦ 'ਚ ਅਸੀਂ ਪਛਤਾਉਣਾ ਵੀ ਹੈਗਾ। ਤੇ ਵਾਰ ਅਸੀਂ ਇੱਥੋਂ ਇਹੀ ਬੇਨਤੀ ਕਰਦੇ ਕਿ ਆਪਣਾ ਗਿਆਨ ਦਾ ਪੱਧਰ ਉੱਚਾ ਚੁੱਕੋ ਤਾਂ ਕਿ ਇਹੋ ਜਿਹੇ ਠੱਗਾਂ ਨੂੰ ਪਛਾਣਿਆ ਜਾ ਸਕੇ। ਤੇ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।